ਬਦਲਾਵ ਦਾ ਬਹੁਤ ਰੌਲਾ ਪਿਆ ਸੀ। ਤੁਹਾਨੂੰ ਕੀ ਲੱਗਦਾ ਕਿਹੜਾ ਖਾਸ ਬਦਲਾਅ ਆਇਆ ਇਸ ਸਰਕਾਰ 'ਚ? ਬਦਲਾਵ ਕਦੇ ਆ ਹੀ ਨਹੀਂ ਸਕਦਾ, ਇਹ ਐਵੇਂ ਵਾਅਦੇ ਹੁੰਦੇ ਨੇਗੇ। ਹੁਣ ਖੁਸ਼ ਮਹਿਸੂਸ ਕਰਦੇ ਨੇ ਲੋਕ, ਖੁਸ਼ੀ ਜੀ ਵੀ ਯਾਰ ਹਾਂ ਸਰਕਾਰ ਤਾਂ ਠੀਕ ਚੁਣੀ ਆ। ਇਹਨਾਂ ਨੂੰ ਚੁਣਿਆ ਇਸ ਕਰਕੇ ਗਿਆ ਹੈਗਾ ਕਿ ਇਹਨਾਂ ਨੇ ਇੰਨੇ ਵੱਡੇ ਵਾਅਦੇ ਕੀਤੇ, ਇੰਨੇ ਵੱਡੇ ਦਾਅਵੇ ਕੀਤੇ ਨੇਗੇ, ਜਿਨ੍ਹਾਂ ਦੇ ਉੱਤੇ ਲੋਕਾਂ ਨੂੰ ਕੁਝ ਆਸ ਵੱਜੀ ਸੀਗੀ ਕਿ ਇਹ ਪਹਿਲਾਂ ਨਾਲੋਂ ਚੰਗੇ ਹੋਣਗੇ। ਇੱਕ ਹੋਰ ਵੀ ਆ ਪਿੰਡਾਂ ਦੀ ਚਰਚਾ ਤੇ ਇਹ ਵੀ ਕਹਿੰਦੇ ਯਾਰ ਜਿਹੜੀ ਪੰਜਾਬ ਸਰਕਾਰ ਉਹ ਰੌਲਾ ਬਹੁਤ ਪਾਉਂਦੀ ਆ ਪਰ ਕਾਰਵਾਈਆਂ ਘੱਟ ਹੀ ਹੁੰਦੀਆਂ, ਜਿਵੇਂ ਤੁਸੀਂ ਵੀ ਕੀਤੇ। ਲੋਕਾਂ ਨੂੰ ਵੀ ਕਿਤੇ ਨਾ ਕਿਤੇ ਸਮਝ ਲੱਗਣ ਲੱਗ ਗਈ ਵੀ ਯਾਰ ਸਰਕਾਰਾਂ ਆ ਕਰ ਰਹੀਆਂ ਨੇ, ਪਿੰਡਾਂ ਦੇ ਵਿੱਚ ਲੋਕ ਜਿਹੜੇ ਆਮ ਤੌਰ ਤੇ ਬੈਠੇ ਹੁੰਦੇ ਨੇ। ਸਾਡੇ ਮੁੱਖ ਮੰਤਰੀ ਸਾਹਿਬ ਦਾਅਵਾ ਕਰਦੇ ਨੇ ਕਿ ਖਜ਼ਾਨੇ ਭਰੇ ਹੋਏ, ਨਹੀਂ ਖਜ਼ਾਨੇ ਭਰੇ ਹੋਏ ਪੰਜਾਬ ਦਾ ਖਜ਼ਾਨਾ 3 ਲੱਖ ਕਰੋੜ ਦੇ ਕਰਜ਼ੇ ਥੱਲੇ ਹੈ। ਲੋਕ ਸਭਾ ਦੀਆਂ ਚੋਣਾਂ ਵੀ ਨੇੜੇ ਆ ਰਹੀਆਂ, ਉਦੋਂ ਤੱਕ ਕਿਤੇ ਨਾ ਕਿਤੇ ਭਗਵੰਤ ਸਿੰਘ ਮਾਨ ਹੁਣੀ ਕਰ ਲੈਣਗੇ ਸੈੱਟ ਪਿੰਡਾਂ ਦੇ ਲੋਕਾਂ ਦਾ, ਜਿਹੜਾ ਖਾਸ ਤੌਰ ਤੇ ਮਾੜਾ ਪ੍ਰਭਾਵ ਗਿਆ ਪਿੰਡਾਂ ਦੇ ਲੋਕਾਂ ਤੇ। ਹੁਣ ਤਾਂ ਇਹਨਾਂ ਦਾ ਚਲੋ ਵੱਡਾ ਅਲਾਇੰਸ ਬਣ ਰਿਹਾ ਜਿਹੜਾ ਕਾਂਗਰਸ ਦੇ ਨਾਲ। ਬਿਲਕੁਲ ਬਿਲਕੁਲ। ਤੇ ਜੇ ਕਾਂਗਰਸ ਦੇ ਨਾਲ ਅਲਾਇੰਸ ਬਣ ਜਾਂਦਾਗਾ ਤਾਂ ਵੀ ਸ਼ਾਇਦ ਇਹ ਸੀਟਾਂ ਕੱਢ ਜਾਣਗੇ, ਪਰ ਵਿਧਾਨ ਸਭਾ ਵੇਲੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਪਊਗਾ। ਵਿਧਾਨ ਸਭਾ ਵੇਲੇ ਲੋਕਾਂ ਨੇ ਪੰਜਾਬ ਦੇ ਹਿਸਾਬ ਨਾਲ ਫੈਸਲਾ ਲੈਣਾ ਹੈਗਾ। ਉਦੋਂ ਨਵੀਆਂ ਧਿਰਾਂ ਹੋਣਗੀਆਂ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਅਕਾਲੀ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਤੇ ਜਾਂ ਕੋਈ ਚੌਥੀ ਧਿਰ ਹੋਵੇ। ਤੇ ਅੱਜ ਕੱਲ੍ਹ ਚਰਚਾ ਕੀ ਹੈ ਵੀ ਯਾਰ ਸਰਕਾਰ ਸਹੀ ਕੰਮ ਕਰਦੀ ਆ ਜਾਂ ਨਹੀਂ ਕਰਦੀ? ਇਹ ਲੋਕ ਕੀ ਸੋਚਦੇ ਨੇ ਸਰਕਾਰ ਦੇ ਬਾਰੇ? ਆਮ ਲੋਕ ਜੱਜ ਹੁੰਦੇ ਨੇ, ਲੋਕ ਖੁਦਾ ਹੁੰਦੇ ਨੇ। ਜਿਹੜੀ ਲੋਕਾਂ ਦੀ ਤਰਜਮਾਨੀ ਕਰਦੀ ਹੈਗੀ ਉਹ ਤਾਂ 5 ਸਾਲਾਂ ਬਾਅਦ ਬੋਲਦੀ ਹੁੰਦੀ ਹੈਗੀ। ਉਹ ਟਿਕਾਣੇ ਤੇ ਮਤਲਬ ਕਿਸੇ ਦੇ ਨਿਸ਼ਾਨੇ ਤੇ ਤੀਰ ਮਾਰਨਾ ਹੁੰਦਾ, ਉਸ ਦਿਨ ਦੱਸਦੀ ਹੈਗੀ ਕਿ ਮੈਂ ਖੁਸ਼ ਹੋਈ ਜਾਂ ਨਾ ਖੁਸ਼ ਹੋਈ। ਜਦੋਂ ਇਸ ਤਰ੍ਹਾਂ ਹੁੰਦਾ ਕਿ ਵੱਡੀ ਕੁਰਸੀ ਹੱਥ ਲੱਗ ਜਾਂਦੀ ਹੈ, ਫਿਰ ਆਮ ਲੋਕ ਇਸ ਤਰ੍ਹਾਂ ਕਿਉਂ ਲੱਗਣ ਲੱਗ ਜਾਂਦੇ ਨੇ ਕਿ ਇਹੀ ਖਤਰਾ ਮੇਰੇ ਲਈ? ਰਾਜਨੀਤਿਕ ਦੀ, ਕਿਸੇ ਮਿਨਿਸਟਰ ਦੀ, ਕਿਸੇ ਮੰਤਰੀ ਦੀ, ਕਿਸੇ ਪ੍ਰਧਾਨ ਮੰਤਰੀ ਦੀ, ਕਿਸੇ ਮੁੱਖ ਮੰਤਰੀ ਦੀ ਤਾਕਤ ਨਹੀਂ ਹੁੰਦੀ ਕਿ ਸਰਕਾਰ ਦਾ ਭੇਤ ਬਾਹਰ ਦੱਸ ਦੇਵੇ, ਜਿੰਨਾ ਉਸ ਨੂੰ ਇਜਾਜ਼ਤ ਦਿੰਦਾ ਹੈ। ਔਰ ਇਹੀ ਹਾਲਾਤਾਂ ਦਾ ਸਾਹਮਣਾ ਭਗਵੰਤ ਮਾਨ ਨੂੰ ਪੰਜਾਬ ਪੱਧਰ ਦੇ ਉੱਤੇ ਕਰਨਾ ਪੈਣਾ ਹੈਗਾ ਕਿ ਕੀ ਉਹ ਉਹਨਾਂ ਹਾਲਾਤਾਂ ਦੇ ਉੱਪਰ ਦੀ ਲੰਘ ਜਾਣਗੇ? ਕੀ ਉਹ ਆਪਣੀ ਪਾਰਟੀ ਦੀ ਜਿਹੜੀ ਉੱਚ ਲੀਡਰਸ਼ਿਪ ਹੈ ਉਹਨੂੰ ਮਨਾ ਸਕਦੇ ਨੇ? ਕੀ ਉਹ ਦੇਸ਼ ਦੀ ਹਕੂਮਤ ਨੂੰ ਆਪਣੇ ਨਾਲ ਸਹਿਮਤ ਕਰ ਸਕਦੇ ਨੇ? ਸਤਿ ਸ਼੍ਰੀ ਅਕਾਲ। ਬੀ ਸੋਸ਼ਲ ਦੇ ਪ੍ਰੋਗਰਾਮ ਸਿਆਸੀ ਖੁੰਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਮਨਪ੍ਰੀਤ ਰਾਮਨਵਾਸ। ਅੱਜ ਮੈਂ ਪੰਜਾਬ ਦੇ ਮੁੱਖ ਮੰਤਰੀ ਜਿਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣਦੇ ਰਹੇ ਉਸ ਹਲਕੇ ਦੇ ਵਿੱਚ ਬੈਠਾ। ਮੰਨਿਆ ਜਾਂਦਾ ਹੈ ਕਿ ਜਿਹੜੀ ਪਿੰਡਾਂ ਦੀ ਚਰਚਾ ਹੁੰਦੀ ਹੈ, ਖਾਸ ਤੌਰ 'ਤੇ ਸੱਥਾਂ ਦੇ ਵਿੱਚ ਬੈਠੇ ਲੋਕ ਜਿਹੜੀ ਚਰਚਾ ਕਰਦੇ ਨੇ ਉਹ ਪਿੰਡ ਦਾ ਸਰਪੰਚ ਵੀ ਚੁਣਦੇ ਨੇ, ਉਸ ਤੋਂ ਬਾਅਦ ਵਿਧਾਇਕ ਨੂੰ ਚੁਣਦੇ ਨੇ, ਅਤੇ ਇਹ ਚਰਚਾ ਜਿਹੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਜਾਂਦੀ ਆ। ਇਹ ਚਰਚਾ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਹੀਂ ਸੀ, ਉਸ ਸਮੇਂ ਚਰਚਾ ਜ਼ੋਰਾਂ 'ਤੇ ਸੀ, ਕਿਉਂਕਿ ਉਹ ਚਰਚਾ ਜਿਹੜੀ ਸੀ ਉਹ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਸੀ। ਅਤੇ ਉਹ ਚਰਚਾ ਦੇ ਵਿੱਚ ਕੀ ਕੁਝ ਹੁੰਦਾ ਰਿਹਾ ਤੁਸੀਂ ਸਾਰਿਆਂ ਨੇ ਸੁਣਿਆ। ਪਰ ਅੱਜ 1 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਆ ਸਰਕਾਰ ਬਣੇ ਨੂੰ ਹੋਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 1 ਸਾਲ ਤੋਂ ਵੱਧ ਦਾ ਸਮਾਂ ਮੁੱਖ ਮੰਤਰੀ ਹੋ ਚੁੱਕਿਆ। ਅਤੇ ਹੁਣ ਚਰਚਾ ਕੀ ਆ? ਖਾਸ ਤੌਰ 'ਤੇ ਸੱਥਾਂ ਦੇ ਵਿੱਚ ਬੈਠੇ ਲੋਕ ਨੇ ਜਿਹੜੇ ਉਹ ਸਰਕਾਰ ਪ੍ਰਤੀ ਕੀ ਸੋਚਦੇ ਨੇ, ਜਾਂ ਫਿਰ ਚਰਚਾ ਅੱਜ ਕੱਲ੍ਹ ਕੀ ਹੈ? ਇਹ ਸਾਰੀ ਗੱਲਬਾਤ ਨੂੰ ਲੈ ਕੇ ਸਾਡੇ ਨਾਲ ਗੁਰਚਰਨ ਸਿੰਘ ਪੱਖੋ ਕਲਾਂ ਹੋਣਗੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ੍ਰੀ ਅਕਾਲ। ਔਰ ਬੀ ਸੋਸ਼ਲ ਮੀਡੀਆ ਦੀ ਟੀਮ ਦਾ ਵੀ ਮੇਰੇ ਵੱਲੋਂ ਧੰਨਵਾਦ, ਜਿਨ੍ਹਾਂ ਨੇ ਮੈਨੂੰ ਬੋਲਣ ਦਾ ਵਕਤ ਦਿੱਤਾ ਜੀ। ਬਾਈ ਜਿਵੇਂ ਮੈਂ ਚਰਚਾ ਦੀ ਗੱਲ ਕੀਤੀ ਆ, ਆਪਾਂ ਅੱਜ ਗੱਲਾਂ ਬਾਤਾਂ ਹੀ ਕਰਨੀਆਂ। ਜਿਵੇਂ ਹੁੰਦਾ ਨਾ ਵੀ ਯਾਰ ਪਿੰਡਾਂ ਦੀ ਚਰਚਾ ਹੁੰਦੀ, ਫਲਾਣੇ ਨੂੰ ਸਰਪੰਚ ਬਣਾਉਣਾ, ਫਲਾਣੇ ਨੂੰ ਵਿਧਾਇਕ ਬਣਾਉਣਾ। ਇਹ ਚਰਚਾ ਪਹਿਲਾਂ ਇਹ ਸੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਬਣਾਉਣਾ। ਅੱਜ ਕੱਲ੍ਹ ਜਿਹੜੀ ਸੱਥਾਂ ਦੀ ਚਰਚਾ ਉਹ ਕੀ ਹੈ? ਜੋ ਚਰਚਾ ਹੁੰਦੀ ਹੈਗੀ ਸੱਥਾਂ ਦੇ ਵਿੱਚ, ਅਸਲ ਦੇ ਵਿੱਚ ਇਹ ਲੋਕ ਖੁਦਾ ਵਰਗੇ ਹੁੰਦੇ ਨੇ, ਰੱਬ ਵਰਗੇ ਹੁੰਦੇ ਹਨ। ਨਾ ਤਾਂ ਇਹਨਾਂ ਨੂੰ ਫਰਕ ਪੈਂਦਾ ਹੈਗਾ ਕਿ ਇਹਨਾਂ ਦਾ ਨੁਕਸਾਨ ਹੁੰਦਾ ਹੈ ਜਾਂ ਇਹਨਾਂ ਦਾ ਨਫਾ ਹੁੰਦਾ ਹੈਗਾ। ਇਹ ਹਾਲਾਤਾਂ ਦੇ ਅਨੁਸਾਰ ਫੈਸਲਾ ਲੈਂਦੇ ਨੇਗੇ। ਔਰ ਜੇ ਕੋਈ ਦਾਅਵਾ ਕਰਦਾ ਹੈ ਇਹ ਉਹਨੂੰ ਵੀ ਸਾਹਮਣੇ ਖੜਾ ਦਿੰਦੇ ਨੇਗੇ, ਅਤੇ ਉਹਨੂੰ ਜੋ ਦਾਅਵੇ ਕੀਤੇ ਹੁੰਦੇ ਉਹਨੂੰ ਸਹੀ ਸਿੱਧ ਕਰਨੇ ਪੈਂਦੇ ਨੇਗੇ। ਚਾਹੇ ਭਗਵੰਤ ਮਾਨ ਨਾਲ ਹੋਇਆ, ਚਾਹੇ ਕਿਸੇ ਸਰਪੰਚ ਨਾਲ ਹੁੰਦਾ, ਉਹ ਵੀ ਇਸੇ ਤਰ੍ਹਾਂ ਹੁੰਦਾ ਹੈਗਾ। ਜੋ ਵੀ ਇਹਨਾਂ ਲੋਕਾਂ ਦੇ ਵਿੱਚ ਆ ਕੇ ਇੱਕ ਦਾਅਵਾ ਕਰਦਾ, ਚਾਹੇ ਜਿਵੇਂ ਕੋਈ ਸਰਪੰਚੀ ਦਾ ਦਾਅਵਾ ਕਰਦਾ ਹੈਗਾ, ਜਿਹੜੇ ਖੜੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਚੁਣਨਾ ਹੁੰਦਾ ਲੋਕਾਂ ਨੇ ਜੀ। ਔਰ ਉਹਦੇ ਵਿੱਚੋਂ ਉਹਨਾਂ ਨੇ ਕਿਸ ਨੂੰ ਚੁਣਨਾ, ਕਿਉਂ ਚੁਣਨਾ, ਇਹ ਲੋਕ ਸਮੇਂ ਦੇ ਅਨੁਸਾਰ ਫੈਸਲਾ ਲੈਂਦੇ ਨੇ। ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਬਾਰੇ ਜਾਂ ਮਤਲਬ ਜੋ ਭਗਵੰਤ ਮਾਨ ਦੀ ਸਰਕਾਰ ਬਾਰੇ, ਇਹ ਵੀ ਉਹਨਾਂ ਹਾਲਾਤਾਂ ਦੇ ਵਿੱਚ ਹੀ ਲੋਕਾਂ ਨੇ ਫੈਸਲਾ ਲਿਆ ਹੈਗਾ ਔਰ ਲੈਂਦੇ ਨੇਗੇ। ਅਤੇ ਉਹ ਇਸੇ ਉਹਨਾਂ ਚੀਜ਼ਾਂ ਦੇ ਵਿੱਚ ਚੁਣਿਆ ਗਿਆ ਹੈਗਾ ਜੀ। ਅਤੇ ਅੱਜ ਕੱਲ੍ਹ ਚਰਚਾ ਕੀ ਹੈ ਵੀ ਯਾਰ ਸਰਕਾਰ ਸਹੀ ਕੰਮ ਕਰਦੀ ਆ ਜਾਂ ਨਹੀਂ ਕਰਦੀ? ਇਹ ਲੋਕ ਕੀ ਸੋਚਦੇ ਨੇ ਸਰਕਾਰ ਦੇ ਬਾਰੇ, ਆਮ ਲੋਕ? ਜਿਹੜਾ ਹਾਲੇ ਸ਼ੁਰੂਆਤੀ ਵਕਤ ਹੁੰਦਾ ਹੈਗਾ,
ਇਹਦੇ ਵਿੱਚ ਇੰਪ੍ਰੈਸ਼ਨ ਬਣਾਉਣਾ ਹੁੰਦਾ ਕਿਸੇ ਹਕੂਮਤ ਨੇ ਆਪਣਾ, ਜੀ ਚਾਹੇ ਕੋਈ ਵੀ ਜਿਹੜਾ ਲੋਕਾਂ ਦੁਆਰਾ ਚੁਣਿਆ ਜਾਂਦਾ ਹੈਗਾ। ਜੋ ਉਸ ਨੂੰ ਚੁਣਿਆ ਗਿਆ ਹੁੰਦਾ ਉਹ ਤਾਂ ਉਸ ਦੀਆਂ ਜੋ ਗੱਲਾਂ ਕਹੀਆਂ ਹੁੰਦੀਆਂ, ਜੋ ਉਸ ਦੇ ਦਾਅਵੇ ਹੁੰਦੇ ਆ ਜਾਂ ਉਸ ਦੇ ਜੋ ਵਾਅਦੇ ਹੁੰਦੇ ਆ, ਉਹਨਾਂ ਨੂੰ ਦੇਖ ਕੇ ਇੱਕ ਵਾਰ ਚੁਣਦੇ ਹੈਗੇ। ਅਤੇ ਲੋਕ ਉਸ ਨੂੰ ਇੱਕ ਕਿਸਮ ਦਾ ਚੈਲੰਜ ਪਾ ਦਿੰਦੇ ਨੇ ਕਿ ਤੂੰ ਜੋ ਦਾਅਵੇ ਵਾਅਦੇ ਕੀਤੇ ਨੇ ਕਿ ਇਹਨਾਂ ਨੂੰ ਹੁਣ ਪੂਰਾ ਕਰ। ਔਰ ਜਦੋਂ ਉਹ ਬੰਦਾ ਰਾਜ ਸੱਤਾ 'ਤੇ ਬੈਠਦਾ ਹੈ, ਕਿਸੇ ਪਿੰਡ ਦੀ ਅਗਵਾਈ 'ਤੇ ਬੈਠਦਾ ਹੈ, ਕਿਸੇ ਵਿਧਾਨ ਸਭਾ ਦੇ ਹਲਕੇ ਦੀ ਅਗਵਾਈ 'ਤੇ ਬੈਠਦਾ ਹੈਗਾ, ਜੀ ਫਿਰ ਉਹ ਜਦੋਂ ਉਹਦੇ 'ਤੇ ਕੰਮ ਕਰਨ ਦਾ ਵਕਤ ਆਉਂਦਾ, ਉਹ ਕੀ ਕਰ ਪਾਉਂਦਾ ਹੈਗਾ, ਉਹਦੇ ਅਨੁਸਾਰ ਲੋਕ ਉਸ ਤੋਂ ਅਗਲਾ ਫੈਸਲਾ ਲੈਂਦੇ ਹੁੰਦੇ ਹਨ। ਜੀ ਹੁਣ ਇੱਥੇ ਆ ਕੇ ਉਹਨਾਂ ਦੀ ਯੋਗਤਾ ਪਰਖੀ ਜਾਂਦੀ ਹੁੰਦੀ ਹੈ ਕਿ ਉਹ ਲੋਕਾਂ ਦੇ ਨਾਲ ਕਿੰਨਾ ਆਪਣਾਪਣ ਬਣਾ ਲੈਂਦੇ ਨੇ ਜੀ ਜਾਂ ਆਪਣਾਪਣ ਨਹੀਂ ਬਣਾ ਪਾਉਂਦੇ ਹਨਗੇ। ਹਾਲਾਂਕਿ ਕੋਸ਼ਿਸ਼ ਹਰ ਕੋਈ ਕਰਦਾ, ਪਰ ਲੋਕ ਜੱਜ ਹੁੰਦੇ ਨੇ, ਲੋਕ ਖੁਦਾ ਹੁੰਦੇ ਨੇ, ਔਰ ਲੋਕ ਆਪਣੇ ਮਨ ਦੇ ਵਿੱਚ ਫੈਸਲਾ ਕਰਦੇ ਹੁੰਦੇ ਨੇ, ਜਿਹੜਾ ਉਹ ਵਕਤ ਆਉਣ ਦੇ ਉੱਤੇ ਦੱਸਦੇ ਹੁੰਦੇ ਨੇਗੇ। ਵਕਤ ਆਉਣ ਤੋਂ ਜਿਹੜੇ ਪਹਿਲਾਂ ਦੱਸਣ ਵਾਲੇ ਹੁੰਦੇ ਨੇਗੇ, ਉਹ ਬੰਦੇ ਜਾਂ ਸਰਕਾਰੀ ਹੁੰਦੇ ਨੇ ਜਾਂ ਕੁਝ ਵਿਸ਼ੇਸ਼ ਕਿਸਮ ਦੀ ਉਹ ਕੈਟਾਗਰੀ ਹੁੰਦੀ ਹੈਗੀ। ਉਹ ਲੋਕਾਂ ਦੀ ਸੱਥ ਦੀ ਤਰਜਮਾਨੀ ਨਹੀਂ ਕਰਦੀ ਹੁੰਦੀ। ਜਿਹੜੀ ਲੋਕਾਂ ਦੀ ਤਰਜਮਾਨੀ ਕਰਦੀ ਹੈਗੀ, ਉਹ ਤਾਂ 5 ਸਾਲਾਂ ਬਾਅਦ ਬੋਲਦੀ ਹੁੰਦੀ ਹੈਗੀ, ਜਾਂ ਜਦੋਂ ਕਿਤੇ ਉਹਨੂੰ ਸਹੀ ਵਕਤ ਮਿਲਦਾ ਹੈਗਾ, ਜਿੱਦੇ ਉਹਨੇ ਉਹ ਟਿਕਾਣੇ 'ਤੇ ਮਤਲਬ ਕਿਸੇ ਦੇ ਨਿਸ਼ਾਨੇ 'ਤੇ ਤੀਰ ਮਾਰਨਾ ਹੁੰਦਾ, ਉਸ ਦਿਨ ਦੱਸਦੀ ਹੈਗੀ ਕਿ ਮੈਂ ਖੁਸ਼ ਹੋਈ ਜਾਂ ਨਾ ਖੁਸ਼ ਹੋਈ। ਜੀ ਤੁਸੀਂ ਭਗਵੰਤ ਮਾਨ ਹੋਣਿਆਂ ਦੀ ਕੰਪੇਨ 'ਚ ਵੀ ਕੰਮ ਕੀਤਾ, ਤੇ ਉਮਰ ਦੇ ਹਿਸਾਬ ਨਾਲ ਵੀ ਜੇ ਦੇਖਿਆ ਜਾਵੇ ਬਹੁਤ ਸਾਰੀਆਂ ਸਰਕਾਰਾਂ ਦੇਖੀਆਂ, ਬਹੁਤ ਸਾਰੇ ਲੀਡਰ ਵੇਖੇ ਤੁਸੀਂ, ਉਹਨਾਂ ਦੀ ਜਿਹੜੀ ਪਹਿਲਾਂ ਧਰਮ ਪਤਨੀ ਸੀ ਉਹ ਵੀ ਤੁਹਾਡੇ ਹਲਕੇ 'ਚ ਆਉਂਦੇ ਰਹੇ। ਇਹ ਤਾਂ ਹੁਣ ਇਹ ਮਹਿਸੂਸ ਕਰਦੇ ਨੇ ਲੋਕ ਕਿ ਭਗਵੰਤ ਮਾਨ ਨੂੰ ਅਸੀਂ ਸਹੀ ਚੁਣਿਆ, ਕਿਉਂਕਿ ਬੜੇ ਚਾਵਾਂ ਦੇ ਨਾਲ, ਬੜੀਆਂ ਰੀਝਾਂ ਦੇ ਨਾਲ ਪੰਜਾਬ ਸਰਕਾਰ ਚੁਣੀ ਲੋਕਾਂ ਨੇ। ਕਹਿੰਦੇ ਸੀ ਕਿ ਇਸ ਤੋਂ ਬਿਨਾਂ ਸਾਡੇ ਕੋਲੇ ਹੱਲ ਨਹੀਂ ਹੈਗਾ, ਬਦਲਾਅ ਵਾਲੀ ਜਿਹੜੀ ਸਰਕਾਰ ਦਾ ਨਾਅਰਾ ਲੱਗਦਾ ਰਿਹਾ। ਹੁਣ ਖੁਸ਼ ਮਹਿਸੂਸ ਕਰਦੇ ਨੇ ਲੋਕ, ਖੁਸ਼ੀ ਜੀ ਵੀ ਯਾਰ ਹਾਂ ਸਰਕਾਰ ਤਾਂ ਠੀਕ ਚੁਣੀ ਆ। ਜਿਹੜਾ ਫੈਸਲਾ ਲੋਕ ਲੈਂਦੇ ਨੇ ਨਾ, ਜਿਵੇਂ ਕਿਸੇ ਟਾਈਮ ਬਾਦਲ ਨੂੰ ਵੀ ਇਸੇ ਤਰ੍ਹਾਂ ਚੁਣਿਆ ਗਿਆ ਸੀਗਾ, ਔਰ ਕਿਸੇ ਟਾਈਮ ਇੰਦਰਾ ਗਾਂਧੀ ਨੂੰ ਵੀ ਇਸੇ ਤਰ੍ਹਾਂ ਚੁਣਿਆ ਗਿਆ ਸੀ, ਜਦੋਂ ਉਹਨੇ ਲਾਇਆ ਸੀ ਕਿ ਗਰੀਬੀ ਹਟਾਓ ਦਾ ਨਾਅਰਾ, ਔਰ ਲੋਕਾਂ ਨੇ ਉਸ ਨੂੰ ਚੁਣ ਲਿਆ। ਤੇ ਪਰ ਜਦੋਂ ਐਮਰਜੈਂਸੀ ਦੌਰਾਨ ਮੁਰਾਰਜੀ ਦੇਸਾਈ ਨੂੰ ਚੁਣ ਲਿਆ ਸੀਗਾ, ਕਿਉਂਕਿ ਗਰੀਬੀ ਕਿਹੜੀ ਹਟਾਉਣੀ ਸੀ ਉਹਨਾਂ ਨੇ। ਉਸ ਤੋਂ ਬਾਅਦ ਉਹਨਾਂ ਨੇ ਜੋ ਕਾਰਡ ਨਵੇਂ ਖੇਡੇ, ਉਹਨਾਂ ਦੇ ਅਨੁਸਾਰ ਉਹ ਅੱਗੇ, ਜਿਵੇਂ ਪੰਜਾਬ ਦੇ ਵਿੱਚ ਬਲੂ ਸਟਾਰ ਐਕਸ਼ਨ ਹੋਇਆ, ਉਹਦੀ ਬਦੌਲਤ ਕਾਂਗਰਸ ਜਿੱਤੀ ਸੀਗੀ। ਔਰ ਇਸੇ ਤਰ੍ਹਾਂ ਬਾਦਲ ਸਾਹਿਬ ਨੇ ਕਿਸੇ ਟਾਈਮ ਜਦੋਂ ਮੋਰਚਿਆਂ ਵੇਲੇ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ, ਔਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਹੀਰੋ ਮੰਨ ਕੇ ਜਿਤਾਇਆ। ਪਰ ਬਲੂ ਸਟਾਰ ਐਕਸ਼ਨ ਤੋਂ ਬਾਅਦ ਬਾਦਲ ਜਾਂ ਅਕਾਲੀ ਦਲ ਉਸ ਤਰ੍ਹਾਂ ਦਾ ਨਹੀਂ ਰਿਹਾ ਸੀਗਾ, ਔਰ ਬਦਲ ਗਿਆ ਸੀਗਾ। ਤਾਂ ਜਿਉਂ-ਜਿਉਂ ਬਾਦਲ ਪਰਿਵਾਰ ਉਸ ਤਰ੍ਹਾਂ ਬਦਲਦਾ ਗਿਆ, ਤਿਉਂ-ਤਿਉਂ ਉਹਨਾਂ ਦੀ ਹਾਰ ਨਿਸ਼ਚਿਤ ਹੁੰਦੀ ਗਈ। ਪਰ ਜਿੰਨਾ ਚਿਰ ਅਕਾਲੀ ਦਲ, ਬਾਦਲ ਪਰਿਵਾਰ ਨਹੀਂ ਸੀ ਹੁੰਦਾ, ਅਕਾਲੀ ਦਲ ਹੁੰਦਾ ਸੀ, ਜਿਸ ਦੀ ਇੱਕ ਕੋਰ ਕਮੇਟੀ ਹੁੰਦੀ ਸੀਗੀ ਜਿਹੜੀ ਚਲਾਇਆ ਕਰਦੀ ਸੀ, ਜਿਹਦੇ ਅਨੁਸਾਰ ਲੋਕਾਂ ਨੇ ਉਹਨਾਂ ਨੂੰ ਫੈਸਲਾ ਦਿੱਤਾ ਸੀਗਾ ਉਹਨਾਂ ਦੇ ਹੱਕ ਦੇ ਵਿੱਚ ਜੀ। ਤੇ ਪਰ ਹੁਣ ਜਿਹੜਾ ਵਰਤਮਾਨ ਸਮੇਂ ਦੇ ਉੱਤੇ ਚੁਣਿਆ ਜਾ ਰਿਹਾ ਹੈਗਾ ਭਗਵੰਤ ਮਾਨ ਦੀ ਸਰਕਾਰ ਨੂੰ, ਇੱਥੇ ਇਹਨਾਂ ਨੂੰ ਚੁਣਿਆ ਇਸ ਕਰਕੇ ਗਿਆ ਹੈਗਾ ਕਿ ਇਹਨਾਂ ਨੇ ਇੰਨੇ ਵੱਡੇ ਵਾਅਦੇ ਕੀਤੇ, ਇੰਨੇ ਵੱਡੇ ਦਾਅਵੇ ਕੀਤੇ ਨੇਗੇ, ਜਿਨ੍ਹਾਂ ਦੇ ਉੱਤੇ ਲੋਕਾਂ ਨੂੰ ਕੁਝ ਆਸ ਵੱਜੀ ਸੀਗੀ ਕਿ ਇਹ ਪਹਿਲਾਂ ਨਾਲੋਂ ਚੰਗੇ ਹੋਣਗੇ। ਔਰ ਇਹਨਾਂ ਦੇ ਉਹ ਦਾਅਵੇ ਵਾਅਦਿਆਂ ਨੂੰ ਜਿਹੜੀ ਕਿ ਵੀ ਇਹਨਾਂ ਨੂੰ ਪੂਰਾ ਕਰਨ ਦੇ ਲਈ ਵਕਤ ਦਿੱਤਾ ਲੋਕਾਂ ਨੇ 5 ਸਾਲ ਦਾ, ਔਰ ਇਸ ਵਾਸਤੇ ਚੁਣਿਆ ਗਿਆ ਹੈਗਾ। ਉਹਦੇ ਵਿੱਚ ਹੁਣ ਉਹ ਦਾਅਵੇ ਵਾਅਦਿਆਂ ਦੇ ਉੱਤੇ ਜੋ ਇਹ ਸਮਾਂ ਦੱਸੂਗਾ ਉਹ ਕਿੰਨਾ ਪੂਰਾ ਉਤਰੇ ਨੇ ਜਾਂ ਉਤਰਦੇ ਨੇ ਜਾਂ ਕੀ ਸੋਚਦੇ ਨੇ, ਜੇ ਤੁਸੀਂ ਅੱਗੇ ਪੁੱਛੋਗੇ ਮੈਂ ਤਾਂ ਉਸ ਦੇ ਉੱਤੇ ਦੱਸੂਗਾ ਜੀ। ਇਹ ਵੀ ਹੁੰਦਾ ਬਈ, ਜਦੋਂ ਲੀਡਰ ਆਉਂਦੇ ਨੇ, ਭਗਵੰਤ ਮਾਨ ਹੁਣੀ ਆਉਂਦੇ ਰਹੇ ਤੁਹਾਡੇ ਪਿੰਡਾਂ 'ਚ, ਉਹ ਕਹਿੰਦੇ ਵੀ ਯਾਰ ਮਹਿੰਦਰ ਸਿੰਘ ਦਾ ਮੁੰਡਾ ਮੈਂ, ਤੇ ਮਹਿੰਦਰ ਸਿੰਘ ਦਾ ਮੁੰਡਾ ਹੀ ਰਹੂੰਗਾ। ਤੇ ਜਦੋਂ ਅੱਜ ਪੰਜਾਬ ਦੇ ਮੁੱਖ ਮੰਤਰੀ, ਲੋਕ ਇਹ ਮਹਿਸੂਸ ਕਰਦੇ ਨੇ, ਕਹਿੰਦੇ ਉਸ ਤਰ੍ਹਾਂ ਮਹਿੰਦਰ ਸਿੰਘ ਦਾ ਮੁੰਡਾ ਨਹੀਂ ਰਿਹਾ, ਆਮ ਲੋਕਾਂ 'ਚ ਵਿਚਰਨ ਦਾ ਢੰਗ ਬਦਲ ਗਿਆ। ਕਿ ਜਦੋਂ ਇਸ ਤਰ੍ਹਾਂ ਹੁੰਦਾ ਕਿ ਵੱਡੀ ਕੁਰਸੀ ਹੱਥ ਲੱਗ ਜਾਂਦੀ ਹੈ, ਫਿਰ ਆਮ ਲੋਕ ਇਸ ਤਰ੍ਹਾਂ ਕਿਉਂ ਲੱਗਣ ਲੱਗ ਜਾਂਦੇ ਨੇ ਕਿ ਇਹੀ ਖਤਰਾ ਮੇਰੇ ਲਈ? ਅਸਲ ਦੇ ਵਿੱਚ ਜਿਹੜਾ ਕੋਈ ਮੈਚਿਓਰ ਰਾਜਨੀਤਿਕ, ਪ੍ਰਪੱਕ ਰਾਜਨੀਤਿਕ ਹੁੰਦਾ, ਉਸ ਨੂੰ ਪਤਾ ਹੁੰਦਾ ਕਿ ਮੈਂ ਰਾਜ ਸੱਤਾ ਦੇ ਉੱਤੇ ਬੈਠ ਕੇ ਕੀ ਕਰ ਪਾਊਂਗਾ। ਪਰ ਜਦੋਂ ਕੋਈ ਨਵੇਂ ਵਿਅਕਤੀ ਆਉਂਦੇ ਨੇ ਜਿਨ੍ਹਾਂ ਨੂੰ ਰਾਜਨੀਤੀ ਦਾ ਤਜਰਬਾ ਉਹ ਨਹੀਂ ਹੁੰਦਾ ਹੈਗਾ, ਜਦੋਂ ਉਹ ਕੈਬਨਿਟ ਦੇ ਵਿੱਚ ਜਾਂਦੇ ਨੇਗੇ, ਜਦੋਂ ਵੀ ਕੋਈ ਮਿਨਿਸਟਰ ਬਣਦਾ ਹੈਗਾ, MLA ਤੋਂ, MP ਤੋਂ ਕੈਬਨਿਟ ਦੇ ਵਿੱਚ ਜਾਂਦਾ ਹੈਗਾ, ਤਾਂ ਉਹਨੂੰ ਪਹਿਲੀ ਸਹੁੰ ਖਵਾਈ ਜਾਂਦੀ ਹੈ। ਔਰ ਪਹਿਲੀ ਸਹੁੰ ਦੇ ਵਿੱਚ ਇਹ ਹੁੰਦਾ ਕਿ ਉਹ ਸਰਕਾਰ ਦੇ ਭੇਤ ਕਦੇ ਬਾਹਰ ਨਹੀਂ ਦੱਸੂਗਾ। ਔਰ ਕਿਸੇ ਵੀ ਰਾਜਨੀਤਿਕ ਦੀ, ਕਿਸੇ ਮਿਨਿਸਟਰ ਦੀ, ਕਿਸੇ ਮੰਤਰੀ ਦੀ, ਕਿਸੇ ਪ੍ਰਧਾਨ ਮੰਤਰੀ ਦੀ, ਕਿਸੇ ਮੁੱਖ ਮੰਤਰੀ ਦੀ ਤਾਕਤ ਨਹੀਂ ਹੁੰਦੀ ਕਿ ਸਰਕਾਰ ਦਾ ਭੇਤ ਬਾਹਰ ਦੱਸ ਦੇਵੇ, ਜਿੰਨਾ ਉਸ ਨੂੰ ਇਜਾਜ਼ਤ ਦਿੰਦਾ ਹੈ। ਉਸ ਤੋਂ ਬਿਨਾਂ ਇੱਕ ਲਿਮਟ ਹੱਦ ਤੱਕ ਉਹਨਾਂ ਨੂੰ ਇਜਾਜ਼ਤ ਹੁੰਦੀ ਹੈ ਕੁਝ ਚੀਜ਼ਾਂ ਸਾਹਮਣੇ ਰੱਖਣ ਦੀ, ਪਰ ਜਿਹੜੇ ਮੇਨ ਕੋਈ ਫੈਸਲੇ ਹੁੰਦੇ ਨੇ ਉਹਨਾਂ ਦੇ ਉੱਤੇ ਉਹ ਬੋਲਣ ਦੀ ਤਾਕਤ ਨਹੀਂ ਰੱਖਦਾ ਹੁੰਦਾ। ਔਰ ਇਹ ਹਰ ਰਾਜਨੀਤਿਕ ਨੂੰ ਪਤਾ ਹੋਣਾ ਚਾਹੀਦਾ ਹੈ। ਪਰ ਕੁਝ ਰਾਜਨੀਤਿਕ ਸਮਿਆਂ ਦੇ ਹਾਲਾਤਾਂ ਦੇ ਅਨੁਸਾਰ ਜਾਂ ਕੁਝ ਵਾਪਰਦਾ ਇਹਨਾਂ ਲੋਕਾਂ ਦੇ ਵਿੱਚ, ਜਿਹਦੇ ਕਾਰਨ ਉਹ ਚੁਣੇ ਤਾਂ ਜਾਂਦੇ ਨੇਗੇ ਔਰ ਦਾਅਵੇ ਉਸ ਸਮੇਂ ਦੇ ਅਨੁਸਾਰ ਕਰ ਬਹਿੰਦੇ ਨੇ, ਪਰ ਜਦੋਂ ਰਾਜ ਸੱਤਾ 'ਤੇ ਬਹਿੰਦੇ ਨੇ ਫਿਰ ਉਹਨਾਂ ਤੋਂ ਉਹ ਨਹੀਂ ਕੀਤਾ ਜਾਂਦਾ ਹੁੰਦਾ। ਹਾਂ, ਇਸ ਮੋੜ ਦੇ ਉੱਤੇ ਆ ਕੇ ਉਸ ਰਾਜਨੀਤਿਕ ਨੇ ਇੱਕ ਲੋਕਾਂ ਦੇ ਵਿੱਚ ਇਹ ਦਰਸਾਉਣਾ ਹੁੰਦਾ ਹੈ ਕਿ ਮੈਂ ਲੋਕੋ ਤੁਹਾਡਾ ਵੀ ਹੈ ਔਰ ਮੰਨ ਲਓ ਰਾਜ ਸੱਤਾ ਦੇ ਵੀ ਹੈ। ਜਿਵੇਂ ਇੱਕ ਸਦੀਕ ਅੱਧੀ ਤੇਰੀਆਂ ਮੁਲਾਜ਼ੇਦਾਰਾ ਤੇ ਅੱਧੀਆਂ ਮੈਂ ਜਿਵੇਂ ਕਿ ਉਹ ਜੱਟ ਦੀਆਂ ਹੈਗੀ, ਉਸੇ ਤਰ੍ਹਾਂ ਇਹਨਾਂ ਨੂੰ ਰੱਖਣ ਵੀ ਅੱਧਾ ਤਾਂ ਇਹ ਉਸ ਸਿਸਟਮ ਦਾ ਹਿੱਸਾ ਨੇ ਔਰ ਇਹ ਅੱਧਾ ਲੋਕਾਂ ਦੇ, ਕਿਉਂਕਿ ਇਹਨਾਂ ਨੂੰ ਅੱਧ ਦੀ ਇਜਾਜ਼ਤ ਦਿੰਦਾ ਹੁੰਦਾ ਸਿਸਟਮ। ਉਹ ਲੋਕਾਂ ਵਾਸਤੇ ਕੀ ਕਰਨਾ ਚਾਹੁੰਦੇ ਨੇ ਕਿ ਕਰ ਲੈਣ।
ਪਰ ਕੁਝ ਚੀਜ਼ਾਂ ਹੁੰਦੀਆਂ ਜਿੱਥੇ ਉਹਨਾਂ ਦੇ ਉੱਤੇ ਪਾਬੰਦੀ ਹੁੰਦੀ ਹੈ ਕਿ ਇਹ ਚੀਜ਼ਾਂ ਉਹ ਨਹੀਂ ਕਰਨਗੇ, ਕਿਉਂਕਿ ਉਹਨਾਂ ਤੋਂ ਜਿਉਂ ਉੱਪਰੋਂ ਹੁਕਮ ਆਉਣਗੇ। ਜਿਸ ਰਾਜਨੀਤਿਕ ਨੂੰ ਇਸ ਚੀਜ਼ ਦਾ ਪਤਾ ਹੈਗਾ ਉਹ ਬੜਾ ਲਿਮਿਟ 'ਚ ਬੋਲਦਾ ਹੈਗਾ ਜਾਂ ਹਿਸਾਬ 'ਚ ਬੋਲਦਾ ਹੈ। ਜਦੋਂ ਬਣ ਵੀ ਜਾਂਦਾ ਹੈ ਉਹ ਉਦੋਂ ਵੀ ਲੋਕਾਂ ਦੇ ਵਿੱਚ ਇਹ ਭੇਤ ਰੱਖ ਸਕਦਾ ਕਿ ਮੈਂ ਇਹ ਚੀਜ਼ਾਂ ਨਹੀਂ ਕਰ ਪਾਊਂਗਾ, ਔਰ ਲੋਕ ਵੀ ਸਮਝਦੇ ਹੁੰਦੇ ਨੇ, ਲੋਕ ਉਸ ਦੀ ਇਮਾਨਦਾਰੀ ਮੰਨਦੇ ਨੇ ਉਸ ਚੀਜ਼ ਦੇ ਵਿੱਚ। ਹੁਣ ਇੱਥੇ ਆ ਕੇ ਰਾਜਨੀਤਿਕ ਧੋਖਾ ਖਾਂਦਾ ਹੈਗਾ ਕਿ ਉਹ ਲੋਕਾਂ ਤੋਂ ਲੁਕਾਉਣਾ ਸ਼ੁਰੂ ਕਰ ਦਿੰਦਾ ਹੈਗਾ ਕਿ ਭਾਈ ਇਹ ਚੀਜ਼ਾਂ ਮੇਰੇ ਵੱਸ ਵਿੱਚ ਨਹੀਂ ਜੀ। ਉੱਥੇ ਉਹ ਆ ਕੇ ਉਹ ਝੂਠ ਬੋਲਣਾ ਸ਼ੁਰੂ ਕਰ ਦਿੰਦਾ ਹੈਗਾ। ਤਾਂ ਇਹ ਲੋਕ ਚਾਹੇ ਬੋਲਣ ਚਾਹੇ ਨਾ ਬੋਲਣ, ਲੋਕ ਉਸੇ ਵਕਤ ਜੱਜ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਇਹ ਹੁਣ ਸਾਡੇ ਨਾਲ ਹੈ ਜਾਂ ਉੱਪਰਲੇ ਸਿਸਟਮ ਨਾਲ ਹੈ। ਸੋ ਉਹਨਾਂ ਦੇ ਅਨੁਸਾਰ ਫੈਸਲਾ ਉਸ ਤੋਂ ਬਾਅਦ ਹੁੰਦਾ ਹੈਗਾ ਜਾ ਕੇ, ਜਦੋਂ ਵਕਤ ਆਉਂਦਾ ਹੈਗਾ। ਕਈ ਗੱਲਾਂ 'ਚ ਇਹ ਵੀ ਹੁੰਦਾ ਕਿ ਜਿਸ ਤਰ੍ਹਾਂ ਦੀਆਂ ਗੱਲਾਂ ਇੱਕ ਮੁੱਖ ਮੰਤਰੀ ਨੂੰ ਕਰਨੀਆਂ ਚਾਹੀਦੀਆਂ, ਉਸ ਤਰ੍ਹਾਂ ਦੀਆਂ ਭਗਵੰਤ ਸਿੰਘ ਮਾਨ ਹੁਣੀ ਕਰਦੇ ਨਜ਼ਰ ਨਹੀਂ ਆਉਂਦੇ। ਤੁਹਾਨੂੰ ਲੱਗਦਾ ਕਿ ਇਹ ਇੱਕ ਰਾਜਨੀਤਿਕ ਜਿਹੜੀ ਸੂਝ-ਬੂਝ ਆ ਉਹੀ ਘਾਟ ਆ ਤੇ ਉਹੀ ਕਾਰਨਾਂ ਕਰਕੇ ਸਾਰਾ ਕੁਝ ਹੋ ਰਿਹਾ? ਭਗਵੰਤ ਮਾਨ ਕੁਝ ਚੀਜ਼ਾਂ ਦੇ ਵਿੱਚ ਤਾਂ ਉਹਨਾਂ ਦਾ ਬੜਾ ਤਜਰਬਾ ਹੈਗਾ, ਲੋਕਾਂ ਦੇ ਵਿੱਚ ਵਿਚਰੇ ਨੇਗੇ, ਤੇ ਜਿਹੜਾ ਸਿਸਟਮ ਦੇ ਵਿੱਚ ਉਹ ਪਹਿਲੀ ਵਾਰ ਵਿਚਰੇ ਨੇਗੇ। ਹਾਲਾਂਕਿ ਉਹ MP ਬਣੇ ਰਹੇ ਨੇਗੇ। MP ਬਣਨਾ ਤੇ ਕੈਬਨਿਟ ਦੇ ਵਿੱਚ ਜਾਣਾ, ਕਿਉਂਕਿ ਕੈਬਨਿਟ ਡਿਸੀਜਨ ਮੇਕਰ ਹੁੰਦੀ ਹੈ, ਤੇ ਉਹ ਕੈਬਨਿਟ ਦੇ ਵਿੱਚ ਕਦੇ ਗਏ ਨਹੀਂ। ਉਹ ਪਹਿਲੀ ਵਾਰ ਮਤਲਬ ਪੰਜਾਬ ਦੇ ਵਿੱਚ ਉਹ MLA ਬਣ ਕੇ ਮੁੱਖ ਮੰਤਰੀ ਬਣ ਗਏ ਨੇਗੇ, ਔਰ ਕੈਬਨਿਟ ਦੇ ਟੌਪ ਦੇ ਉਹਦੇ ਉੱਤੇ ਜਾ ਬੈਠੇ ਨੇਗੇ। ਸੋ ਉਹਨਾਂ ਨੂੰ ਹਕੀਕਤਾਂ ਦਾ ਤਾਂ ਹੁਣ ਸਮਝ ਆਊਗੀ ਜਾਂ ਪਤਾ ਲੱਗਦਾ ਹੋਊਗਾ। ਤੇ ਦੂਸਰਾ ਇਹ ਹੁੰਦਾ ਜੋ ਰਾਜ ਸੱਤਾ ਹੈ, ਜਿਵੇਂ ਕੋਈ ਸਿਆਸੀ ਪਾਰਟੀਆਂ ਦੀ, ਉਹ ਰਾਜ ਸੱਤਾ ਇੱਕ ਥਾਂ ਤੋਂ ਨਹੀਂ ਚੱਲਦੀ ਹੈਗੀ। ਜੇ ਸਿਆਸੀ ਪਾਰਟੀਆਂ ਦੀ ਕਮਾਂਡ ਹੋਰ ਆਗੂਆਂ ਦੇ ਹੱਥ ਵਿੱਚ ਹੁੰਦੀ ਹੈਗੀ, ਜਿਸ ਤਰ੍ਹਾਂ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਵੀ ਹੈ। ਔਰ ਕਿਉਂਕਿ ਪਾਰਟੀ ਦਾ ਵੀ ਇੱਕ ਏਜੰਡਾ ਹੁੰਦਾ ਹੈਗਾ, ਤੇ ਪਾਰਟੀ ਦਾ ਏਜੰਡਾ ਦੇਸ਼ ਪੱਧਰ ਦਾ ਹੈਗਾ। ਤੇ ਭਗਵੰਤ ਮਾਨ ਸਾਹਿਬ ਇਕੱਲੇ ਹੁਣ ਪੰਜਾਬ ਦੇ ਹਿਸਾਬ ਦੇ ਨਾਲ ਬਣੇ ਨੇਗੇ, ਤੇ ਹੁਣ ਉਹਨਾਂ ਨੂੰ ਦੋਨਾਂ ਦੇ ਵਿੱਚ ਸਮਤੋਲ ਬਣਾਉਣਾ ਪੈਂਦਾ ਹੈਗਾ। ਇਹ ਸਮਤੋਲ ਬਣਾਉਣ ਦੇ ਵਿੱਚ ਉਹ ਉਲਝਣਗੇ ਜਾਂ ਇਹਦੇ ਵਿੱਚ ਸੁਰਖਰੂ ਹੋ ਕੇ ਨਿਕਲਣਗੇ, ਇਹ ਵਕਤ ਦੱਸੂਗਾ। ਸੋ ਭਾਵੇਂ ਉਹਨਾਂ ਦੀਆਂ ਭਾਵਨਾਵਾਂ ਵਧੀਆ ਨੇਗੀਆਂ ਪੰਜਾਬ ਵਾਸਤੇ, ਕੋਈ ਮਾੜੀਆਂ ਨਹੀਂ ਹੈਗੀਆਂ। ਜੋ ਸ਼ੁਰੂਆਤੀ ਦੌਰ ਵੀ ਉਹਨਾਂ ਦਾ ਰਿਹਾ ਹੈ, ਉਹਨਾਂ ਨੇ, ਮੈਂ ਜਾਣਦਾ ਹੈਗਾ, ਜਦੋਂ ਕਿਸੇ ਟਾਈਮ ਕਿਹਾ ਕਰਦੇ ਕਿ ਕਮੇਡੀ ਕਰਕੇ ਲੋਕ ਨਹੀਂ ਸੁਧਰਦੇ, MLA ਬਣ ਕੇ ਜਾਂ ਜਾਣੀ ਕਿ MP ਬਣ ਕੇ ਵੀ ਲੋਕ ਨਹੀਂ ਸੁਧਰਦੇ। ਜਿੰਨਾ ਚਿਰ ਰਾਜ ਸੱਤਾ ਦੀ ਵੱਡੀ ਕੁਰਸੀ ਨੂੰ ਹੱਥ ਨਹੀਂ ਪੈਂਦਾ, ਇਹ ਫੇਰ ਸੁਧਾਰਿਆ ਜਾ ਸਕਦਾ। ਇਹ ਕੇਜਰੀਵਾਲ ਦਾ ਵੀ ਇੱਕ ਭਰਮ ਸੀਗਾ ਕਿ ਜਿਉਂ-ਜਿਉਂ ਅਸੀਂ ਰਾਜ ਸੱਤਾ 'ਤੇ ਬੈਠਾਂਗੇ ਫੇਰ ਇਹ ਚੀਜ਼ਾਂ ਨੂੰ ਸਾਫ਼ ਕਰ ਸਕਦੇ ਹਾਂ। ਪਰ ਸਿਸਟਮ ਹੁੰਦਾ ਹੈਗਾ, ਕੱਲੀ ਕੁਰਸੀ ਨਹੀਂ ਕੁਝ ਹੁੰਦੀ ਹੈਗੀ। ਕੁਰਸੀ ਦੇ ਉੱਤੇ ਬਿਠਾਉਣ ਦਾ ਵੀ ਇੱਕ ਸਿਸਟਮ ਹੁੰਦਾ, ਕੁਰਸੀ ਨੂੰ ਚਲਾਉਣ ਦਾ ਵੀ ਇੱਕ ਸਿਸਟਮ ਹੁੰਦਾ ਹੈਗਾ। ਉਹ ਸਿਸਟਮ ਕਿਹਦੇ ਦੁਆਰਾ ਬਣਾਇਆ ਜਾਂਦਾ, ਇਹਦੀ ਸਮਝ ਪਾਉਣੀ ਹਰ ਰਾਜਨੀਤਿਕ ਦੇ ਵੱਸ ਨਹੀਂ ਹੁੰਦਾ। ਇਹ ਜਿਉਂ-ਜਿਉਂ ਉਹ ਹਾਲਾਤਾਂ ਦਾ ਸਾਹਮਣਾ ਕਰਦਾ ਤਿਉਂ ਵੱਸ ਵਿੱਚ ਆਉਂਦੀਆਂ ਨੇ, ਤੇ ਫਿਰ ਉਹਦੇ ਉੱਤੇ ਬੈਠ ਕੇ ਉਹ ਜਦੋਂ ਫੈਸਲੇ ਕਰਦਾ ਨਾ, ਤਾਂ ਫਿਰ ਉਹ ਉਹਨਾਂ ਦੇ ਅਨੁਸਾਰ ਹੈਗਾ ਕਿ ਉਹ ਸਿਸਟਮ ਤੋਂ ਕੀ ਉੱਪਰ ਹੋ ਸਕਿਆ ਜਾਂ ਕੀ ਸਿਸਟਮ ਨੂੰ ਥੋੜਾ ਬਹੁਤਾ ਮੋਲਡ ਕਰ ਸਕਿਆ। ਜਿਹੜਾ ਵਿਅਕਤੀ ਉਹ ਸਿਸਟਮ ਨੂੰ ਮੋਲਡ ਕਰ ਲੈਂਦਾ, ਜਿਵੇਂ ਮਨਮੋਹਨ ਸਿੰਘ ਨੇ ਕੀਤਾ ਸੀ, ਹਾਲਾਂਕਿ ਉਹਦੇ ਕੋਲ ਕੋਈ ਪਾਵਰ ਨਹੀਂ ਸੀਗੀ, ਤੇ ਪਰ ਉਹਨਾਂ ਨੇ ਕੀਤਾ, ਔਰ ਉਹ ਇੱਕ ਸਫਲ ਪ੍ਰਧਾਨ ਮੰਤਰੀ ਅਖਵਾਏ ਨੇ। ਅੱਜ ਵੀ ਉਹਨਾਂ ਦੀ ਵਰਲਡ ਪੱਧਰ ਤੇ ਰਿਸਪੈਕਟ ਹੈ। ਔਰ ਇਹੀ ਹਾਲਾਤਾਂ ਦਾ ਸਾਹਮਣਾ ਭਗਵੰਤ ਮਾਨ ਨੂੰ ਪੰਜਾਬ ਪੱਧਰ ਦੇ ਉੱਤੇ ਕਰਨਾ ਪੈਣਾ ਹੈਗਾ ਕਿ ਕੀ ਉਹ ਉਹਨਾਂ ਹਾਲਾਤਾਂ ਦੇ ਉੱਪਰ ਦੀ ਲੰਘ ਜਾਣਗੇ, ਕੀ ਉਹ ਆਪਣੀ ਪਾਰਟੀ ਦੀ ਜਿਹੜੀ ਉੱਚ ਲੀਡਰਸ਼ਿਪ ਹੈ ਉਹਨੂੰ ਮਨਾ ਸਕਦੇ ਨੇ, ਕੀ ਉਹ ਦੇਸ਼ ਦੀ ਹਕੂਮਤ ਨੂੰ ਆਪਣੇ ਨਾਲ ਸਹਿਮਤ ਕਰ ਸਕਦੇ ਨੇ ਕਿ ਪੰਜਾਬ ਨੂੰ ਬਚਾਇਆ ਜਾਣਾ ਚਾਹੀਦਾ ਹੈ, ਪੰਜਾਬ ਨੂੰ ਤਰੱਕੀ ਦੇ ਰਾਹ ਪਾਇਆ ਜਾਣਾ ਚਾਹੀਦਾ ਹੈ। ਤੇ ਔਰ ਜਿਹੜੇ ਪੰਜਾਬ ਦੇ ਲੋਕਾਂ ਨੂੰ ਕੰਮ ਕਰਨ ਦੀ, ਜਿਹੜੇ ਕਿ ਕਿਰਤੀ ਲੋਕ ਨੇ, ਪੰਜਾਬ ਦੇ ਮਿਹਨਤੀ ਲੋਕ ਨੇ, ਬੜੇ ਇਹ ਅੱਗੇ ਤੱਕ ਮਤਲਬ ਦੇਸ਼ਾਂ ਨੂੰ, ਸਾਡੇ ਨੂੰ ਕਿ ਵਿਦੇਸ਼ਾਂ ਨੂੰ ਲਿਜਾਈ ਜਾਂਦੇ ਨੇਗੇ, ਤੇ ਇਹਨਾਂ ਨੂੰ ਹੁਣ ਉਹ ਜੇ ਸਿਸਟਮ ਨੂੰ ਸਹਿਮਤ ਕਰ ਪਾਊਗਾ ਆਪਣੇ ਨਾਲ ਤਾਂ ਉਹ ਸਫਲ ਹੋਊਗਾ। ਪਰ ਜੇ ਉਹ ਇਹਨਾਂ ਗੱਲਾਂ ਦੇ ਵਿੱਚ ਅਸਫਲ ਹੋ ਗਿਆ ਤਾਂ ਫਿਰ ਇਹ ਉਹਦੇ ਵਾਸਤੇ ਭਵਿੱਖ ਵਾਸਤੇ ਉਹ ਮੇਰੇ ਖਿਆਲ ਦੇ ਵਿੱਚ ਫਿਰ ਰਾਜਨੀਤਿਕ ਤੌਰ 'ਤੇ ਸਫਲ ਨਹੀਂ ਹੋਣਗੇ। ਇੱਕ ਇਹ ਵੀ ਹੁੰਦਾ ਹੈ ਕਿ ਜਿਹੜਾ ਸਿਸਟਮ ਆ, ਜਿਵੇਂ ਤੁਸੀਂ ਗੱਲ ਕੀਤੀ ਹੈ, ਭਗਵੰਤ ਮਾਨ ਦੇ ਲਈ ਇੰਨਾ ਸੌਖਾ ਨਹੀਂ ਹੈਗਾ ਵੀ ਉਹ ਪੰਜਾਬ ਦੇ ਫੈਸਲੇ ਲੈ ਸਕੇ ਜਾਂ ਪੰਜਾਬ ਦੀ ਉਸ ਤਰ੍ਹਾਂ ਗੱਲ ਕਰ ਸਕੇ। ਇਹ ਸਿਸਟਮ ਕਿਸੇ ਵਾਸਤੇ ਵੀ ਸੌਖਾ ਨਹੀਂ ਹੁੰਦਾ ਹੈਗਾ। ਇਹ ਚਾਹੇ ਸਾਡੇ ਪੁਰਾਣੇ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਉਹਨਾਂ ਦੇ ਵਾਸਤੇ ਵੀ ਸੌਖਾ ਨਹੀਂ ਸੀਗਾ, ਤੇ ਇਹ ਕੈਪਟਨ ਅਮਰਿੰਦਰ ਸਿੰਘ ਵਾਸਤੇ ਵੀ ਸੌਖਾ ਨਹੀਂ ਰਿਹਾ ਹੈਗਾ, ਔਰ ਇਹ ਭਗਵੰਤ ਮਾਨ ਵਾਸਤੇ ਵੀ ਸੌਖਾ ਨਹੀਂ ਰਹਿਣ ਵਾਲਾ। ਔਰ ਇਹਦੇ ਵਿੱਚੋਂ ਇੱਥੇ ਹੀ ਇੱਕ ਬੰਦੇ ਦੀ ਕੁਆਲਿਟੀ ਪਰਖੀ ਜਾਂਦੀ ਹੁੰਦੀ ਹੈ, ਉਸ ਆਗੂ ਦੀ, ਉਹਦਾ ਬੌਧਿਕ ਲੈਵਲ ਕਿੰਨਾ ਹੈਗਾ, ਔਰ ਉਹ ਹਾਲਾਤਾਂ ਨੂੰ ਕਿੰਨਾ ਸਮਝ ਪਾਉਂਦਾ ਹੈਗਾ, ਔਰ ਉਹ ਕਿੰਨਾ ਕਨਵਿੰਸ ਕਰ ਪਾਉਂਦਾ ਹੈਗਾ ਲੋਕਾਂ ਨੂੰ, ਔਰ ਕਿੰਨਾ ਕਨਵਿੰਸ ਕਰ ਪਾਉਂਦਾ ਜਿਹੜੀ ਉੱਪਰਲਾ ਕਾਡਰ ਹੁੰਦਾ ਹੈਗਾ, ਇਸ ਦੇਸ਼ ਨੂੰ ਚਲਾਉਣ ਵਾਲਾ, ਇਸ ਸਟੇਟਾਂ ਨੂੰ ਚਲਾਉਣ ਵਾਲਾ, ਤੇ ਇਹ ਉਹਦੇ ਉੱਤੇ ਨਿਰਭਰ ਕਰਦਾ ਹੁੰਦਾ ਹੈਗਾ। ਇਹ ਹਲੇ ਵਕਤ ਦੱਸੂਗਾ ਉਹਨਾਂ ਨੂੰ। ਇੱਕ ਬਈ ਹੋਰ ਆ, ਤੁਸੀਂ ਤਾਂ ਕਈ ਮੁੱਖ ਮੰਤਰੀ ਦੇਖੇ ਪਹਿਲਾਂ, ਜਦੋਂ ਜੋਗਾ ਹਲਕਾ ਹੁੰਦਾ ਜਾਂ ਹੋਰ ਸਾਰੇ ਹਲਕੇ, ਉਦੋਂ ਇੱਥੋਂ ਬਣਦੇ ਰਹੇ, ਆਪਣੇ ਖਿਆਲਾ ਸਾਹਿਬ ਬਣਦੇ ਰਹੇ MLA, ਉਦੋਂ ਇਸ ਤਰ੍ਹਾਂ ਦਾ ਨਹੀਂ ਹੁੰਦਾ ਸੀਗਾ ਵੀ ਇੱਕ MLA ਦੂਸਰੇ MLA ਤੇ ਦੂਸ਼ਣਬਾਜ਼ੀ ਉਸ ਤਰ੍ਹਾਂ ਦੀ ਕਰਦਾ। ਸਟੇਟਮੈਂਟਾਂ ਤਾਂ ਹੁੰਦੀਆਂ ਹੀ ਆ ਰਾਜਨੀਤਿਕ ਲੀਡਰਾਂ ਦੀਆਂ, ਪਰ ਅੱਜ ਕੱਲ੍ਹ ਜਿਹੜੀ ਬਹਿਸ ਤੁਸੀਂ ਵੀ ਦੇਖਦੇ ਹੋ ਕਿ ਇੱਕ ਦੂਜੇ ਨੂੰ ਮਿਹਣੇ, ਇੱਕ ਜਿਵੇਂ ਜਿਸ ਤਰ੍ਹਾਂ ਆਮ ਤੌਰ 'ਤੇ ਪਿੰਡਾਂ 'ਚ ਜਨਾਨੀਆਂ ਲੜਦੀਆਂ ਹੁੰਦੀਆਂ, ਇਹ ਮਿਹਣੇ, ਇਹ ਵੀ ਤੁਹਾਨੂੰ ਲੱਗਦਾ ਕਿ ਵੱਡੀ ਗਿਰਾਵਟ ਸਿਆਸਤ ਦੇ ਵਿੱਚ ਹੁਣੀ ਆਈ ਆ? ਇਹ ਸਾਡੇ ਰਾਜਨੀਤਿਕਾਂ ਦਾ ਜਿਹੜਾ ਬੌਧਿਕ ਲੈਵਲ ਦੇ ਉੱਤੇ ਨਿਰਭਰ ਹੁੰਦਾ ਹੈਗਾ, ਕਿ ਖਾਸ ਕਰਕੇ ਜਿਹੜੀ ਰਾਜ ਸੱਤਾ ਦੇ ਉੱਤੇ ਬੈਠੀ ਹੋਈ ਧਿਰ ਹੁੰਦੀ ਹੈਗੀ, ਉਹਨੇ ਇਹ ਚੀਜ਼ਾਂ ਨਿਸ਼ਚਿਤ ਕਰਨੀਆਂ ਹੁੰਦੀਆਂ ਨੇਗੀਆਂ।
ਤੇ ਜੇ ਉਹ ਕਿਸ ਤਰ੍ਹਾਂ ਦਾ ਪ੍ਰੋਸੈਸ ਸ਼ੁਰੂ ਕਰ ਲੈਂਦੀ ਹੈਗੀ, ਤੇ ਕਿਉਂਕਿ ਜਿਹੜੇ ਆਪੋਜੀਸ਼ਨ ਆ ਉਹਨੇ ਤਾਂ ਰਿਐਕਟ ਕਰਨਾ ਹੁੰਦਾ ਹੈਗਾ। ਜਿਵੇਂ ਤੁਸੀਂ ਮਨਪ੍ਰੀਤ ਬਾਦਲ ਦੇ ਜਾਂ ਹੋਰ ਇਹਨਾਂ ਦਾ ਵਿਵਾਦ ਹੈ, ਇਹ ਪੰਜਾਬ ਦੇ ਚੀਫ ਮਿਨਿਸਟਰ ਤੋਂ ਸ਼ੁਰੂ ਹੋਇਆਗਾ, ਹਾਲਾਂਕਿ ਨਹੀਂ ਹੋਣਾ ਚਾਹੀਦਾ ਸੀਗਾ। ਪੰਜਾਬ ਦੇ ਚੀਫ ਮਿਨਿਸਟਰ ਦਾ ਇੱਥੇ ਕੰਮ ਬੋਲਣਾ ਚਾਹੀਦਾ ਸੀਗਾ। ਇੱਥੇ ਉਦੋਂ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਸੀਗਾ ਜਦੋਂ ਕਿਸੇ ਉਹਨਾਂ ਕਰਪਟ ਲੋਕਾਂ ਦੇ ਉੱਤੇ ਕੇਸ ਬਣ ਕੇ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਦਿੱਤਾ ਜਾਂਦਾ, ਜਿਸ ਤਰ੍ਹਾਂ ਉਹਨਾਂ ਨੇ ਸਾਧੂ ਸਿੰਘ ਧਰਮਸੋਤ ਨੂੰ ਦਿੱਤਾ। ਕੋਈ ਮਾੜੀ ਗੱਲ ਨਹੀਂ ਹੈਗੀ, ਜੇ ਕੋਈ ਕਰਪਸ਼ਨ ਕਰਦਾ ਦੇਣਾ ਚਾਹੀਦਾ ਹੈਗਾ। ਪਰ ਮਨਪ੍ਰੀਤ ਬਾਦਲ ਦੇ ਉੱਤੇ ਹਲੇ ਐਡਵਾਂਸ ਦੇ ਦੋਸ਼ ਨੇਗੇ, ਇਹਨਾਂ ਦੇ ਉੱਤੇ ਕੋਈ ਵੈਰੀਫਿਕੇਸ਼ਨ ਹਲੇ ਨਹੀਂ ਹੋਈ ਹੈਗੀ, ਜਾਂ ਚਲੋ ਹੋ ਵੀ ਜਾਂਦੀ ਹੈਗੀ। ਪਰ ਇਹ ਇੱਕ ਉਹਨਾਂ ਦਾ ਰਾਜਨੀਤਿਕ ਤੌਰ ਤੇ ਮਿੱਤਰ ਵੀ ਰਿਹਾ ਹੈਗਾ, ਬਲਕਿ ਇਹ ਉਹਨਾਂ ਦੇ ਕਿਤੇ ਨਾ ਕਿਤੇ ਉਹਨਾਂ ਦੇ ਥੱਲੇ ਲੱਗ ਕੇ ਇਹਨਾਂ ਨੇ ਕਿਸੇ ਟਾਈਮ ਕੰਮ ਕੀਤਾ ਸੀਗਾ ਜੋ ਪੀਪਲਜ਼ ਪਾਰਟੀ ਵਾਲੇ। ਤੇ ਪਰ ਇਹਨਾਂ ਨੂੰ ਉਸ ਆਗੂ ਪ੍ਰਤੀ ਹਲੇ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ ਸੀਗਾ, ਔਰ ਇਸ ਤੋਂ ਪਹਿਲਾਂ ਉਹ ਤੱਥ ਇਨਕੁਆਇਰੀ ਹੋ ਕੇ ਔਰ ਪੱਕੇ ਪੈਰੀ ਹੱਥ ਪਾਇਆ ਜਾਣਾ ਚਾਹੀਦਾ ਸੀ ਜੇ ਇਹਨਾਂ ਨੇ ਕੋਈ ਭ੍ਰਿਸ਼ਟ ਕੰਮ ਕੀਤਾ ਹੈਗਾ ਤਾਂ। ਪਰ ਇਹਨਾਂ ਨੇ ਉਹਨਾਂ ਨੂੰ ਵਕਤ ਦਿੱਤਾ ਹੈਗਾ ਔਰ ਉਹਨਾਂ ਨੇ ਇਸ ਦਾ ਰਿਪਲਾਈ ਕੀਤਾ ਹੈਗਾ, ਔਰ ਉਹ ਹਨ ਵੀ ਪਬਲਿਕ ਡੋਮੇਨ ਦੇ ਵਿੱਚ। ਤਾਂ ਉਹ ਇਹ ਵੀ ਦਾਅਵੇ ਕਰਦੇ ਨੇ ਕਿ ਸਾਡੇ ਕੋਲੇ ਇਹਨਾਂ ਦੇ ਪੁਰਾਣੇ ਭੇਤ ਨੇਗੇ, ਔਰ ਸ਼ਾਇਦ ਉਹ ਜਾਣੀ ਕਿ ਵੀ ਇਹਨਾਂ ਚੀਜ਼ਾਂ ਨੂੰ ਵੀ ਉਹ ਹਾਈਲਾਈਟ ਕਰਨ ਦੇ ਵਿੱਚ ਅੱਗੇ ਆ ਜਾਣ। ਇਹ ਇਸੇ ਕਰਕੇ ਮਤਲਬ ਸਰਕਾਰ ਨੇ ਇਹ ਗਲਤ ਨਿਸ਼ਚਿਤ ਕੀਤਾ ਹੈਗਾ, ਜਦੋਂ ਖਾਸ ਕਰਕੇ ਆਪਦੇ ਬੰਦਿਆਂ ਨੂੰ ਜਿਨ੍ਹਾਂ ਦੇ ਤੁਸੀਂ ਨਜ਼ਦੀਕੀ ਰਹੇ ਹੋਗੇ ਉਹਨਾਂ ਨੂੰ ਉਹਨਾਂ ਦੇ ਉੱਤੇ ਪੱਕੇ ਪੈਰੀ ਕਾਰਵਾਈ ਕਰੀ ਜਾਣੀ ਚਾਹੀਦੀ, ਔਰ ਭੇਤ ਨਹੀਂ ਖੋਲ੍ਹਿਆ ਜਾਣਾ ਚਾਹੀਦਾ ਹੁੰਦਾ। ਇੱਥੇ ਇੱਕ ਹੋਰ ਬੜੀ ਵੱਡੀ ਗੱਲ, ਜਿਸ ਤਰ੍ਹਾਂ ਰਾਜਜੀਤ ਸਿੰਘ ਦਾ ਪਹਿਲਾਂ ਆਪਣੇ ਜੋ ਚਿੱਟੇ ਦੇ ਸਮਗਲਿੰਗ ਦਾ ਕੇਸ ਸੀ, ਉਹਦੇ ਵਿੱਚ ਇੱਕ ਪੁਲਿਸ ਅਫਸਰ ਦਾ ਪਹਿਲਾਂ ਨਾਂ ਪੇਸ਼ ਕਰ ਦਿੱਤਾ ਗਿਆ, ਉਹ ਬਾਅਦ ਵਿੱਚ ਅਦਾਲਤਾਂ 'ਚ ਪੇਸ਼ ਹੀ ਨਹੀਂ ਹੋਏ। ਹਾਲਾਂਕਿ ਜੇ ਉਹ ਕੇਸ ਬਣਾ ਕੇ ਉਹਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਜਾਂ ਉਹਨਾਂ ਨੂੰ ਨਿਸ਼ਾਨਦੇਹੀ ਥੱਲੇ ਰੱਖਿਆ ਜਾਂਦਾ, ਕਿਸ ਤਰ੍ਹਾਂ ਭੱਜ ਸਕਦਾ ਸੀ ਕੋਈ ਏਡਾ ਵੱਡਾ ਅਫਸਰ। ਇਸੇ ਤਰ੍ਹਾਂ ਹੀ ਮਨਪ੍ਰੀਤ ਬਾਦਲ ਜਾਂ ਕੋਈ ਹੋਰ ਵੀ ਸਾਡੇ ਕਾਂਗੜ ਸਾਹਿਬ ਬਾਹਰ ਨੂੰ ਤੁਰ ਚੱਲੇ ਸੀਗੇ, ਕੋਈ ਹੋਰ ਜਾਣੀ ਕਿ ਸਾਡੇ ਜਾਣੀ ਕਿ ਵੈਸਾ ਮਿਨਿਸਟਰ ਬਾਹਰ ਨੂੰ ਚਲੇ ਜਾਂਦੇ ਨੇਗੇ। ਪਰ ਇਹ ਸਰਕਾਰਾਂ ਨੂੰ ਨਹੀਂ ਲੀਕ ਆਊਟ ਕਰਨਾ ਚਾਹੀਦਾ ਇਸ ਤਰ੍ਹਾਂ ਦੀਆਂ ਚੀਜ਼ਾਂ। ਇਹ ਜਦੋਂ ਲੀਕ ਆਊਟ ਕਰ ਦਿੱਤਾ ਇਹਦਾ ਮਤਲਬ ਹੈਗਾ ਇਹ ਕੋਈ ਹਿੱਤ ਹੋਰ ਨੇ ਇਹਦੇ ਪਿੱਛੇ। ਤੇ ਪਰ ਜੇ ਕਾਰਵਾਈ ਹੁੰਦੀ ਤਾਂ ਲੋਕਾਂ ਨੇ ਉਸ ਹਿਸਾਬ ਦਾ ਰਿਐਕਟ ਕਰਨਗੇ। ਜੇ ਇਸ ਤਰ੍ਹਾਂ ਕਰਕੇ ਇਹ ਲੋਕ ਸੁੱਕੇ ਨਿਕਲ ਜਾਂਦੇ ਹੈਗੇ ਤਾਂ ਇਹਦਾ ਇਫੈਕਟ ਮਾੜਾ ਜਾਊਗਾ। ਪਰ ਜੇ ਇਹ ਹਾਲੇ ਵੀ ਇਹ ਗੱਲਾਂ ਦੱਸਣ ਦੇ ਬਾਵਜੂਦ ਸਖਤ ਕਾਰਵਾਈ ਕਰ ਜਾਂਦੇ ਨੇਗੇ ਔਰ ਉਹਨਾਂ ਦੇ ਵਿੱਚ ਕਰਪਸ਼ਨ ਲੱਭ ਜਾਂਦੇ ਨੇਗੇ ਤਾਂ ਫਿਰ ਇਹ ਥੋੜ੍ਹੀ ਇਹਨਾਂ ਨੂੰ ਸਫਲਤਾ ਮਿਲਣ ਦੀ ਆਸ ਹੈ, ਫਿਰ ਲੋਕ ਉਹਦਾ ਪੋਜ਼ੀਟਿਵ ਪੱਖ ਲੈਣਗੇ। ਪਰ ਜੇ ਇਹ ਬਚ ਕੇ ਨਿਕਲ ਜਾਂਦੇ ਨੇ ਤਾਂ ਇਹ ਲੋਕ ਇਹਨਾਂ ਚੀਜ਼ਾਂ ਨੂੰ ਵੀ ਜੱਜ ਕਰਦੇ ਰਹਿੰਦੇ ਨੇ। ਬਿਲਕੁਲ। ਇੱਕ ਹੋਰ ਵੀ ਆ ਪਿੰਡਾਂ ਦੀ ਚਰਚਾ ਤੇ ਇਹ ਵੀ ਕਹਿੰਦੇ ਯਾਰ ਜਿਹੜੀ ਪੰਜਾਬ ਸਰਕਾਰ ਉਹ ਰੌਲਾ ਬਹੁਤ ਪਾਉਂਦੀ ਆ ਪਰ ਕਾਰਵਾਈਆਂ ਘੱਟ ਹੀ ਹੁੰਦੀਆਂ, ਜਿਵੇਂ ਤੁਸੀਂ ਵੀ ਕੀਤੇ। ਲੋਕਾਂ ਨੂੰ ਵੀ ਕਿਤੇ ਨਾ ਕਿਤੇ ਸਮਝ ਲੱਗਣ ਲੱਗ ਗਈ ਵੀ ਯਾਰ ਸਰਕਾਰਾਂ ਆਹ ਕਰ ਰਹੀਆਂ ਨੇ, ਪਿੰਡਾਂ ਦੇ ਵਿੱਚ ਲੋਕ ਜਿਹੜੇ ਆਮ ਤੌਰ ਤੇ ਬੈਠੇ ਹੁੰਦੇ ਨੇ। ਹਾਂ, ਇਹ ਸ਼ੁਰੂਆਤੀ ਪ੍ਰਭਾਵ ਸਰਕਾਰ ਦਾ ਸਵਾ ਸਾਲ ਦੇ ਵਿੱਚ, 1.5 ਸਾਲ ਦੇ ਵਿੱਚ ਇਹ ਬਣਿਆ ਕਿ ਸਰਕਾਰ ਬੋਲਦੀ ਜ਼ਿਆਦਾ, ਸਰਕਾਰ ਐਡਵਰਟਾਈਜ਼ਮੈਂਟ ਜ਼ਿਆਦਾ ਕਰਦੀ ਹੈਗੀ। ਜਿਸ ਤਰ੍ਹਾਂ ਬਿਜਲੀ ਦੇ ਬਿੱਲ ਮਾਫ ਕੀਤੇ ਗਏ, 90% ਲੋਕਾਂ ਦੇ ਵਾਕਈ ਬਿੱਲ ਨਹੀਂ ਆਏ ਹੋਣੇ, ਕੀ ਲੋੜ ਹੈ ਇਹਨਾਂ ਦੀ ਮਤਲਬ ਪਬਲਿਸਿਟੀ ਕਰਨ ਦੀ। ਬਿਲਕੁਲ। ਤੇ ਔਰ ਲੋਕਾਂ ਨੂੰ ਇੰਨਾ ਕੁ ਸਾਡੇ ਮਤਲਬ ਰਾਜਨੀਤਿਕ ਨੂੰ ਵਰਤਮਾਨ ਸਮੇਂ ਦੀ ਸਰਕਾਰ ਨੂੰ ਇਹ ਚੀਜ਼ ਸਮਝਣੀ ਚਾਹੀਦੀ ਕਿ ਪੰਜਾਬ ਸਿਰਫ 3 ਲੱਖ ਕਰੋੜ ਦਾ ਕਰਜ਼ਾ ਹੈਗਾ। ਔਰ ਸਾਡੇ ਮੁੱਖ ਮੰਤਰੀ ਸਾਹਿਬ ਦਾਅਵਾ ਕਰਦੇ ਨੇ ਕਿ ਖਜ਼ਾਨੇ ਭਰੇ ਹੋਏ, ਨਹੀਂ ਖਜ਼ਾਨੇ ਭਰੇ ਹੋਏ ਪੰਜਾਬ ਦੇ। ਪੰਜਾਬ ਦਾ ਖਜ਼ਾਨਾ 3 ਲੱਖ ਕਰੋੜ ਦੇ ਕਰਜ਼ੇ ਥੱਲੇ ਹੈ ਔਰ ਵਰਤਮਾਨ ਸਮੇਂ ਵੀ ਇਹ ਹੋਰ ਤੇਜ਼ੀ ਨਾਲ ਵੱਧ ਰਿਹਾ ਹੈਗਾ। ਤੇ ਸੋ ਜੇ ਤੁਸੀਂ ਇਸ ਤਰ੍ਹਾਂ ਬੋਲਦੇ ਜਾਓਗੇ ਪਰ ਲੋਕਾਂ ਨੇ ਯਕੀਨ ਨਹੀਂ ਕਰਨਾ, ਨਾ ਆਰਥਿਕ ਮਾਹਰਾਂ ਨੇ ਯਕੀਨ ਕਰਨਾ ਤੁਹਾਡੀ ਇਸ ਗੱਲ ਦੇ ਉੱਤੇ। ਤੁਸੀਂ 3 ਲੱਖ ਕਰੋੜ ਦੇ ਵਿੱਚੋਂ ਕਰਜ਼ੇ ਨੂੰ ਜਦੋਂ ਥੱਲੇ ਲੈ ਕੇ ਆਓਗੇ ਫਿਰ ਤੁਹਾਡਾ ਖਜ਼ਾਨਾ ਭਰਿਆ ਦਿਸੂਗਾ। ਪਰ ਜੇ ਤੁਸੀਂ ਕਰਜ਼ੇ ਦੀ ਦਰ ਵੱਧਦੀ ਤੁਰੀ ਜਾਂਦੀ ਹੈਗੀ ਤੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਹੈਗਾ। ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਜਦੋਂ ਤੁਸੀਂ ਹਿਸਾਬ ਕਿਤਾਬ ਲਾਵਾਂਗੇ ਤਾਂ ਇਹਦੇ ਵਿੱਚ ਬਹੁਤ ਸਾਰੀ ਰਕਮ ਤਾਂ ਕਿਸੇ ਹੋਰ ਹੀ ਪਾਸੇ ਚਲੀ ਜਾ ਰਹੀ ਹੈਗੀ। ਇੱਕ ਇਹ ਵੀ ਹੁੰਦਾ ਜਿਹੜੇ ਪਿੰਡਾਂ ਦੇ ਲੋਕ ਨੇ, ਖਾਸ ਤੌਰ ਤੇ ਸ਼ਹਿਰਾਂ ਦੇ ਵਪਾਰੀ ਵਰਗ ਦੇ ਲੋਕ ਜ਼ਿਆਦਾਤਰ ਉੱਥੇ ਰਹਿੰਦੇ ਨੇ, ਉਹ ਆਪਦੇ ਵਪਾਰ ਬਾਰੇ ਵੀ ਸੋਚਦੇ ਨੇ ਵੀ ਕਿਹੜੀ ਸਰਕਾਰ ਸਾਡੇ ਲਈ ਠੀਕ ਬੈਠੂ। ਖਾਸ ਤੌਰ ਤੇ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਤੁਹਾਨੂੰ ਕੀ ਲੱਗਦਾ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਦੇਖਦੇ ਨੇ ਜ਼ਿਆਦਾ, ਉਹਨਾਂ ਨੂੰ ਕਿਹੜੀਆਂ ਗੱਲਾਂ ਪ੍ਰਭਾਵਿਤ ਕਰਦੀਆਂ ਨੇ, ਜਾਂ ਫਿਰ ਆਪਦੇ ਪੱਖ ਦੇ ਵਿੱਚ ਜੋੜਨ ਦੇ ਲਈ ਜਾਂ ਫਿਰ ਆਪਣੇ ਤੋਂ ਦੂਰ ਕਰਨ ਦੇ ਲਈ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਜ਼ਿਆਦਾ ਲੋਕੀ ਉਹ ਕਰਦੇ ਨੇ? ਇੱਕ ਇੰਟੈਲੈਕਚੁਅਲ ਵਰਗ ਹੁੰਦਾ ਹੈਗਾ ਹਰੇਕ ਸਮਾਜ ਦੇ ਵਿੱਚ, ਔਰ ਪੰਜਾਬ ਦੇ ਵਿੱਚ ਵੀ ਇੱਕ ਇੰਟੈਲੈਕਚੁਅਲ ਵਰਗ ਹੁੰਦਾ ਹੈਗਾ। ਉਹਨਾਂ ਨੇ ਚੀਜ਼ਾਂ ਨੂੰ ਅੱਗੇ ਪੇਸ਼ ਕਰਨਾ ਹੁੰਦਾ ਹੈਗਾ, ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦਾ ਇਫੈਕਟ ਜਾਂਦਾ ਹੈਗਾ ਉਹ ਅੱਗੇ ਸੱਥਾਂ ਤੱਕ ਪਹੁੰਚਦਾ ਹੁੰਦਾ ਹੈ। ਜਿਹੜੇ ਸੱਥਾਂ ਦੇ ਵਿੱਚ ਸਿਆਣੇ ਲੋਕ ਹੁੰਦੇ ਨੇਗੇ ਉਹ ਵੀ ਉਹਨਾਂ ਚੀਜ਼ਾਂ ਨੂੰ ਕਾਊਂਟ ਕਰਦੇ ਹੁੰਦੇ ਨੇ, ਸਮਝਦੇ ਹੁੰਦੇ ਨੇਗੇ। ਔਰ ਜੇ ਇੰਟੈਲੈਕਚੁਅਲ ਵਰਗ ਤੁਹਾਡੀ ਸਰਕਾਰ ਦੇ ਖਿਲਾਫ ਹੋ ਜਾਂਦਾ, ਕਿਸੇ ਵੀ ਰਾਜਨੀਤਿਕ ਦੇ ਖਿਲਾਫ ਹੋ ਜਾਂਦਾ, ਕਿਸੇ ਸਰਪੰਚ ਪੰਚਾਇਤ ਦੇ ਖਿਲਾਫ ਹੋ ਜਾਂਦਾ, ਇੰਟੈਲੈਕਚੁਅਲ ਵਰਗ ਦੀ ਆਖੀ ਹੋਈ ਗੱਲ ਸੱਥਾਂ ਵਿੱਚ ਪਹੁੰਚਦੀ ਹੈ। ਉਹ ਸੱਥਾਂ ਦੇ ਵਿੱਚ ਜਿਹੜੇ ਮੁੱਖ ਬੋਲਣ ਵਾਲੇ ਲੋਕ ਹੁੰਦੇ ਨੇ, ਹਾਲਾਂਕਿ ਉਹ ਚਾਹੇ ਮੀਡੀਆ ਤੇ ਬੋਲਣ ਚਾਹੇ ਨਾ ਬੋਲਣ, ਪਰ ਉਹ ਉਹਨਾਂ ਗੱਲਾਂ ਨੂੰ ਪ੍ਰਚਾਰਦੇ ਹੁੰਦੇ ਨੇਗੇ ਜਿਹੜੀਆਂ ਉਹ ਸਹੀ ਹੁੰਦੀਆਂ ਨੇਗੀਆਂ। ਸੱਥਾਂ ਰੱਬ ਵਰਗੀਆਂ ਹੁੰਦੀਆਂ ਨੇਗੀਆਂ ਕਿਉਂਕਿ ਸੱਚ ਦੇ ਉੱਤੇ ਹੁੰਦੀਆਂ ਨੇਗੀਆਂ। ਉੱਥੇ ਨਰੋਲ ਜਾਣੀ ਕਿ ਵੀ ਹਾਸਾ ਠੱਠਾ ਦਾ ਇੱਕ ਲਿਮਟ ਹੁੰਦੀ ਹੈਗੀ, ਪਰ ਜਦੋਂ ਵੀ ਉੱਥੇ ਸੀਰੀਅਸ ਗੱਲਾਂ ਹੁੰਦੀਆਂ ਨੇਗੀਆਂ ਤਾਂ ਉੱਥੇ ਉਸ ਸਮਾਜ ਦੇ, ਉਸ ਸੂਬੇ ਦੇ, ਉਸ ਦੇਸ਼ ਦੇ ਇੰਟੈਲੈਕਚੁਅਲ ਵਰਗ ਦੀ ਗੱਲ ਚੱਲਦੀ ਹੈ। ਹੁਣ ਅਸਲ ਦੇ ਵਿੱਚ ਪ੍ਰਭਾਵਿਤ ਕਰਨਾ ਤਾਂ ਸਾਡੀਆਂ ਸਰਕਾਰਾਂ ਨੂੰ ਇੰਟੈਲੈਕਚੁਅਲ ਵਰਗ ਨੂੰ ਚਾਹੀਦਾ
ਹੈਗਾ ਕਿ ਉਹ ਸਰਕਾਰਾਂ ਦੀ ਇਸ ਜੋ ਕਾਰਵਾਈਆਂ ਹੋ ਰਹੀਆਂ ਉਹਨੂੰ ਸਹੀ ਮੰਨਣ। ਪਰ ਜੇ ਇੰਟੈਲੈਕਚੁਅਲ ਵਰਗ ਇਸ ਨੂੰ ਗਲਤ ਮੰਨਦਾ ਹੈਗਾ ਤਾਂ ਉਹਦਾ ਹੌਲੀ ਹੌਲੀ ਪ੍ਰਭਾਵ ਸੱਥਾਂ ਵਿੱਚ ਆਉਂਦਾ। ਫਿਰ ਜਦੋਂ ਇਹ ਸੱਥਾਂ ਦੇ ਵਿੱਚ ਆ ਜਾਂਦਾ ਫਿਰ ਇਹ ਸੱਥਾਂ ਦੇ ਵਿੱਚ ਵਾਹ ਬਰੋਲੇ ਬਣ ਜਾਂਦਾ ਹੈ। ਫਿਰ ਸੱਥਾਂ ਦੇ ਵਿੱਚ ਇਹ ਗੱਲ ਨਹੀਂ ਰਹਿ ਜਾਂਦੀ ਹੈਗੀ। ਫਿਰ ਇਹ ਹੌਲੀ ਹੌਲੀ ਲੋਕਾਂ ਦੇ ਮਾਈਂਡ ਸੈੱਟ ਦੇ ਵਿੱਚ ਬੈਠਦੀ ਤੁਰੀ ਜਾਂਦੀ ਹੈ ਤੇ ਜਿਹੜੀ ਸਰਕਾਰਾਂ ਦਾ ਭਵਿੱਖ ਤੈਅ ਕਰਦੀ ਹੁੰਦੀ ਹੈਗੀ। ਸੋ ਇਸ ਵਾਸਤੇ ਪੰਜਾਬ ਸਰਕਾਰ ਨੂੰ ਮੈਂ ਜ਼ਰੂਰ ਚਾਹੂੰਗਾ ਜਾਂ ਹਰ ਰਾਜਨੀਤਿਕ ਨੂੰ ਚਾਹੀਦਾ ਕਿ ਉਹ ਇੰਟੈਲੈਕਚੁਅਲ ਵਰਗ ਤੱਕ ਜਿਹੜਾ ਹਰ ਗੱਲ ਦੇ ਮਤਲਬ ਬੈਕਗਰਾਊਂਡ ਨੂੰ ਸਮਝਦਾ ਹੁੰਦਾ ਉਹਦੇ ਤੱਕ ਚੰਗਾ ਇਫੈਕਟ ਜਾਵੇ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਸਰਕਾਰ ਦਾ ਚੰਗਾ ਅਸਰ ਗਿਆ ਹੁਣ ਤੱਕ ਲੋਕਾਂ ਦੀ, ਕਿ ਹਲੇ ਤੱਕ ਤਾਂ ਲੋਕ ਇਹੀ ਕਹਿੰਦੇ ਵੀ ਨਹੀਂ ਯਾਰ ਹਲੇ ਤੱਕ ਉਸ ਤਰ੍ਹਾਂ ਦਾ ਸਵਾਦ ਨਹੀਂ ਆਇਆ ਜਿਸ ਤਰ੍ਹਾਂ ਦੇ ਨਾਲ ਸਰਕਾਰ ਚਾਵਾਂ ਦੇ ਨਾਲ ਚੁਣੀ ਸੀ? ਸ਼ੁਰੂਆਤੀ ਦੌਰ ਦੇ ਵਿੱਚ ਕਿਉਂਕਿ ਪੰਜਾਬ ਦੀ ਆਰਥਿਕ ਹਾਲਤ ਬਹੁਤ ਮੰਦੀ ਹੈਗੀ, ਕਹਿਣ ਦੇ ਨਾਲ ਕੁਝ ਨਹੀਂ ਬਣਦਾ ਹੁੰਦਾ ਕਿਉਂਕਿ ਵਰਤਮਾਨ ਸਮੇਂ ਦੇ ਉੱਤੇ ਜੋ ਵਿਕਾਸ ਕੰਮ ਨੇ ਲਗਭਗ ਸਾਰੇ ਠੱਪ ਨੇ। ਕਿਸੇ ਪੰਚਾਇਤ ਨੂੰ ਕੋਈ ਗ੍ਰਾਂਟ ਜਾਰੀ ਨਹੀਂ ਹੋ ਰਹੀ। 5ਵੇਂ ਸਾਲ ਦੇ ਵਿੱਚ ਜਾਰੀ ਕਰਦੇ ਹੁੰਦੇ ਨੇ ਕਿ ਸ਼ਾਇਦ ਪਿਛਲੀ ਵਾਰ ਚੰਨੀ ਸਾਹਿਬ ਵੀ 5ਵੇਂ ਸਾਲ ਦੇ ਵਿੱਚ ਵੀ ਗ੍ਰਾਂਟਾਂ ਨਹੀਂ ਜਾਰੀ ਕਰ ਸਕੇ ਸੀਗੇ ਕਿਉਂਕਿ ਪੰਜਾਬ ਦੀ ਆਰਥਿਕ ਹਾਲਤ ਮੰਦੀ ਹੈਗੀ। ਬਹੁਤ ਸਾਰੇ ਉਹਨਾਂ ਨੇ ਨੌਕਰੀਆਂ ਦੇ ਉੱਤੇ ਜੋ ਰੱਖੇ ਸਨ ਉਹਨਾਂ ਪਰ ਕਿਸੇ ਨੂੰ ਵੀ ਜੁਆਇਨ ਨਹੀਂ ਕਰਵਾ ਸਕੇ ਸਨ ਔਰ ਉਹ ਵਰਤਮਾਨ ਸਰਕਾਰ ਨੇ ਜਿੰਨੇ ਵੀ ਮਤਲਬ ਜੁਆਇਨ ਕਰਵਾਏ ਨੇ ਉਹ ਬਹੁਤੀਆਂ ਪਿਛਲੀ ਸਰਕਾਰ ਦਾ ਪ੍ਰੋਸੈਸ ਸ਼ੁਰੂ ਕਰਿਆ ਹੈ ਉਹ ਰਖਵਾਏ ਨੇਗੇ ਔਰ ਇਸ ਸਰਕਾਰ ਨੇ ਆਪਣਾ ਕੇਡਰ ਹਲੇ ਜਿਹੜਾ ਰੱਖਣਾ ਹੈਗਾ ਉਹ ਤਾਂ ਹਲੇ ਸ਼ੁਰੂ ਹੋਣਾ ਹੈਗਾ। ਸੋ ਇਹ ਆਰਥਿਕ ਹਾਲਤਾਂ ਦੇ ਵਿੱਚੋਂ ਇਹ ਚੀਜ਼ ਉਪਜਦੀ ਹੁੰਦੀ ਹੈਗੀ। ਸੋ ਉਹੀ ਇਹ ਸਰਕਾਰ ਦੇ ਨਾਲ ਵੀ ਗੱਲ ਜੁੜ ਜਾਂਦੀ ਹੈਗੀ ਕਿ ਜਾਣੀ ਕਿ ਇਕੱਲੇ ਗੱਲਾਂ ਦੇ ਨਾਲ ਕੁਝ ਨਹੀਂ ਬਣਦਾ ਹੈਗਾ। ਜਦੋਂ ਤੁਸੀਂ ਹਕੀਕਤ ਦੇ ਵਿੱਚ ਇਹ ਚੀਜ਼ਾਂ ਨੂੰ ਦਿਖਾਓਗੇ ਤੇ ਔਰ ਲੋਕ ਉਹਨਾਂ ਚੀਜ਼ਾਂ ਨੂੰ ਸਮਝਣ ਲੱਗਣਗੇ ਫਿਰ ਜਾ ਕੇ ਕਿਤੇ ਤੁਹਾਡਾ ਥੋੜਾ ਬਹੁਤਾ। ਤੁਹਾਨੂੰ ਕੀ ਲੱਗਦਾ ਜਿਹੜਾ 24 ਦੀਆਂ ਚੋਣਾਂ ਵੀ ਹੋਣੀਆਂ, ਲੋਕ ਸਭਾ ਦੀਆਂ ਚੋਣਾਂ ਵੀ ਨੇੜੇ ਆ ਰਹੀਆਂ, ਉਦੋਂ ਤੱਕ ਕਿਤੇ ਨਾ ਕਿਤੇ ਭਗਵੰਤ ਸਿੰਘ ਮਾਨ ਹੁਣੀ ਕਰ ਲੈਣਗੇ ਸੈੱਟ ਪਿੰਡਾਂ ਦੇ ਲੋਕਾਂ ਦਾ ਜਿਹੜਾ ਖਾਸ ਤੌਰ ਤੇ ਮਾੜਾ ਪ੍ਰਭਾਵ ਗਿਆ ਪਿੰਡਾਂ ਦੇ ਲੋਕਾਂ ਤੇ? ਜਿਹੜੇ 24 ਦੀ ਚੋਣਾਂ ਦੇ ਵਿੱਚ ਲੋਕਾਂ ਦਾ ਜਿਹੜਾ ਡਿਸੀਜਨ ਲਿਆ ਜਾਊਗਾ ਉਹ ਪੰਜਾਬ ਦੇ ਨਾਲ ਉਹਦਾ ਕੋਈ ਬਹੁਤਾ ਮਤਲਬ ਨਹੀਂ ਰਹਿਣਾ ਹੈਗਾ। ਉਹ ਦੇਸ਼ ਪੱਧਰ ਦੇ ਉੱਤੇ ਜੋ ਡਿਸੀਜਨ ਜੋ ਸਰਕਾਰ ਬਣਨੀ ਆ ਉਸ ਹਿਸਾਬ ਦੇ ਨਾਲ ਇਹ ਫੈਸਲਾ ਲੈਣਗੇ। ਪਰ ਭਗਵੰਤ ਮਾਨ ਸਰਕਾਰ ਦੀ ਜਿਹੜੀ ਇੱਕ ਪਾਲਿਸੀ ਹੈਗੀ, ਜਿਵੇਂ ਉਹ ਸੰਗਰੂਰ ਚੋਣ ਦੇ ਵਿੱਚ ਸਿਮਰਨਜੀਤ ਮਾਨ ਜਿੱਤਿਆ, ਇੱਥੇ ਕਿਉਂਕਿ ਦੋ ਕੋਨੀ ਟੱਕਰ ਹੋਊਗੀ, ਇੱਥੇ ਕਾਂਗਰਸ ਤੇ ਆਪਣੇ ਦੂਸਰੇ ਅਕਾਲੀ ਦਲ ਬਾਹਰ ਹੋ ਗਿਆ ਤੇ ਕਿਉਂਕਿ ਉਹ ਇੱਕ ਮੇਨ ਉਮੀਦਵਾਰ ਸੀ, ਇੱਕ ਮੁੱਖ ਉਮੀਦਵਾਰ ਸੀ ਔਰ ਹਾਲਾਂਕਿ ਉਹਨਾਂ ਦਾ ਕਾਡਰ ਬੇਸ ਕੁਝ ਵੀ ਨਹੀਂ ਸੀਗਾ ਉਹਨਾਂ ਕੋਲੇ, ਪਰ ਲੋਕਾਂ ਨੇ ਇੱਕ ਉਹ ਮਜ਼ਬੂਤ ਉਮੀਦਵਾਰ ਦੇਖਿਆ ਔਰ ਇਹ ਦੋ ਕੋਨੀ ਟੱਕਰ ਦੇ ਵਿੱਚ ਜਿਹੜੀ ਭਗਵੰਤ ਮਾਨ ਦੀ ਏਡੀ ਸੇਫ ਸੀਟ, ਏਡੀ ਦਾਅਵੇ ਇਹ ਮਤਲਬ ਵੱਡੀਆਂ ਵੋਟਾਂ ਦੇ ਨਾਲ ਇਹ ਜਿੱਤੀ ਹੋਈ ਸੀਟ, ਉਹਦੇ ਉੱਤੇ ਹਾਰ ਗਏ। ਪਰ ਜਲੰਧਰ ਦੀ ਸੀਟ ਦੇ ਉੱਤੇ ਉਹ ਫਿਰ ਜਿੱਤ ਗਏ। ਪਰ ਜਲੰਧਰ ਤੇ ਕਿਉਂ ਜਿੱਤ ਗਏ? ਕਿਉਂਕਿ ਜਲੰਧਰ ਦੇ ਉੱਤੇ ਚੌਕੋਨੀ ਟੱਕਰ ਹੋਈ, ਜਿੱਥੇ ਬੀਜੇਪੀ ਵੀ 1.25 ਲੱਖ 1.5 ਲੱਖ ਦੇ ਕਰੀਬ ਵੋਟ ਲੈ ਗਈ ਔਰ ਉੱਥੇ ਅਕਾਲੀ ਦਲ ਨੇ ਵੀ ਪੂਰੀ ਵੋਟ ਲੈਤੀ, ਕਾਂਗਰਸ ਨੇ ਵੀ ਪੂਰੀ ਵੋਟ ਲੈਤੀ ਔਰ ਚੌਕੋਨੀ ਟੱਕਰ ਦੇ ਵਿੱਚ ਕਿਉਂਕਿ ਸਰਕਾਰ ਦਾ ਥੋੜਾ ਪੱਖ ਤਾਂ ਪੋਜ਼ਿਟਿਵ ਰਹਿੰਦਾ ਹੀ ਹੁੰਦਾ ਹੈਗਾ, ਭਾਰੂ ਰਹਿੰਦਾ ਹੀ ਹੁੰਦਾ ਔਰ ਸਰਕਾਰ ਉਨੀਆਂ ਮਤਲਬ ਆਪਣੇ 32% ਵੋਟਾਂ ਲੈਣ ਦੇ ਬਾਵਜੂਦ ਜਿਹੜੀ ਇਹਨਾਂ ਦੀ ਇਸ ਤੋਂ ਕਿਤੇ ਜ਼ਿਆਦਾ ਉੱਚੀ ਦਰ ਸੀਗੀ ਵਿਧਾਨ ਸਭਾ ਵੇਲੇ, ਪਰ ਉਹ ਇੰਨੀ ਘੱਟ ਵੋਟ ਲੈਣ ਦੇ ਬਾਵਜੂਦ ਵੀ ਸਰਕਾਰ ਜਿੱਤ ਗਈ। ਔਰ ਵਰਤਮਾਨ ਸਮੇਂ ਜਿਹੜੀ 24 ਦੀ ਇਲੈਕਸ਼ਨ ਵਾਸਤੇ ਵੀ ਭਗਵੰਤ ਮਾਨ ਦੀ ਜਿਹੜੀ ਕੋਸ਼ਿਸ਼ ਚੱਲ ਰਹੀ ਹੈ, ਜਿਵੇਂ ਆਪਾਂ ਮਨਪ੍ਰੀਤ ਬਾਦਲ ਦੀ ਗੱਲ ਕਹੀ ਹੈਗੀ, ਇਹ ਵੀ ਇੱਕ ਇਸ ਤਰ੍ਹਾਂ ਦੀ ਧਿਰ ਮਤਲਬ ਬੀਜੇਪੀ ਦੀ ਧਿਰ ਨੂੰ ਇਹ ਮਜ਼ਬੂਤ ਕਰਨਾ ਚਾਹੁੰਦੇ ਨੇ ਕਿ ਉਹ ਪੰਜਾਬ ਦੇ ਸਮੁੱਚੇ ਤੌਰ ਦੇ ਉੱਤੇ ਵੀ ਪੰਜਾਬ ਦੇ ਵਿੱਚ ਚੌਕੋਨੀ ਟੱਕਰ ਹੋ ਜਾਵੇ ਜਿਹਦੇ ਵਿੱਚੋਂ ਆਮ ਆਦਮੀ ਪਾਰਟੀ ਸੀਟਾਂ ਕੱਢ ਸਕੇ। ਹੁਣ ਤਾਂ ਇਹਨਾਂ ਦਾ ਚਲੋ ਵੱਡਾ ਅਲਾਇੰਸ ਬਣ ਰਿਹਾ ਜਿਹੜਾ ਕਾਂਗਰਸ ਦੇ ਨਾਲ, ਤੇ ਜੇ ਕਾਂਗਰਸ ਦੇ ਨਾਲ ਅਲਾਇੰਸ ਬਣ ਜਾਂਦਾ ਗਾ ਤਾਂ ਵੀ ਸ਼ਾਇਦ ਇਹ ਸੀਟਾਂ ਕੱਢ ਜਾਣਗੇ। ਪਰ ਵਿਧਾਨ ਸਭਾ ਵੇਲੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਪਊਗਾ। ਵਿਧਾਨ ਸਭਾ ਵੇਲੇ ਲੋਕਾਂ ਨੇ ਪੰਜਾਬ ਦੇ ਹਿਸਾਬ ਨਾਲ ਫੈਸਲਾ ਲੈਣਾ ਹੈਗਾ। ਉਦੋਂ ਨਵੀਆਂ ਧਿਰਾਂ ਹੋਣਗੀਆਂ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਅਕਾਲੀ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਤੇ ਜਾਂ ਕੋਈ ਚੌਥੀ ਧਿਰ ਹੋਵੇ। ਉਹ ਹਲੇ ਉਸ ਸਮੇਂ ਪਤਾ ਲੱਗੂਗਾ। ਪਰ 24 ਦੇ ਵਿੱਚ ਇਹਨਾਂ ਗੱਲਾਂ ਦੇ ਉੱਤੇ ਨਿਰਭਰ ਇਹ ਚੋਣ ਦੀ ਬਾਜੀ ਹੈ। ਇੱਕ ਇਹ ਵੀ ਹੁੰਦਾ ਕਹਿੰਦੇ ਭਦੌੜ ਹਲਕੇ ਦੀ ਚਰਚਾ ਬਹੁਤ ਸੀ, ਖਾਸ ਤੌਰ ਤੇ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸੀ ਉਸ ਸਮੇਂ ਦੇ ਚਰਨਜੀਤ ਸਿੰਘ ਚੰਨੀ ਚੋਣ ਲੜੇ, ਤਾਂ ਉਦੋਂ ਤੁਹਾਡੇ ਲੋਕਾਂ ਨੇ ਸੋਚਿਆ ਵੀ ਨਹੀਂ ਲਾਭ ਸਿੰਘ ਉਗੋਕੇ ਨੂੰ ਅਸੀਂ ਆਪਣਾ ਵਿਧਾਇਕ ਚੁਣਨਾ ਤੇ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਹਾਰ ਦਿੱਤੀ। ਹੁਣ ਖਾਸ ਤੌਰ ਤੇ ਤੁਹਾਡੇ ਲੋਕਾਂ ਦਾ ਮੂਡ ਕੀ ਹੈ? ਤੁਹਾਡੇ ਹਲਕੇ ਦੇ ਲੋਕਾਂ ਦੀਆਂ ਕੀ ਗੱਲਾਂ ਬਾਤਾਂ ਲੱਗਦੀਆਂ ਵੀ ਚੰਨੀ ਨੂੰ ਹਰਾਇਆ, ਲਾਭ ਸਿੰਘ ਉਗੋਕੇ ਨੂੰ ਉਸ ਤਰ੍ਹਾਂ ਦਾ ਵਿਧਾਇਕ ਕਰ ਪਾ ਰਹੇ ਨੇ ਕੰਮ, ਉਸ ਤਰ੍ਹਾਂ ਲੋਕਾਂ ਦੇ ਵਿੱਚ ਆ ਰਹੇ ਨੇ? ਲਾਭ ਸਿੰਘ ਉਗੋਕੇ ਨੂੰ ਜਿਤਾਉਣ ਦੇ ਪਿੱਛੇ ਜਿਹੜਾ ਕਾਰਨ ਹੈ, ਇੱਕ ਤਾਂ ਪਿਰਮਲ ਸਿੰਘ ਦਾ ਪਾਰਟੀ ਛੱਡ ਕੇ ਜਾਣਾ ਔਰ ਉਹ ਚਲੇ ਵੀ ਕਾਂਗਰਸ ਦੇ ਵਿੱਚ ਗਏ ਤੇ ਕਾਂਗਰਸ ਦੇ ਵੱਲੋਂ ਉਹਨਾਂ ਨੂੰ ਟਿਕਟ ਤੱਕ ਵੀ ਨਹੀਂ ਦਿੱਤੀ ਗਈ ਹੈਗੀ। ਤੇ ਬਾਕੀ ਇੱਕ ਜੇ ਉਸ ਟਾਈਮ ਜਿਹੜਾ ਹਾਲਾਤ ਬਣਿਆਗਾ ਜੋ ਉਹ ਸਮੁੱਚੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੀ ਵੇਵ ਚੱਲੀ, ਹਾਲਾਂਕਿ ਉਹਦੀ ਆਸ ਨਹੀਂ ਸੀਗੀ ਤੇ ਕਿਉਂਕਿ ਪਰ ਜਿਸ ਤਰ੍ਹਾਂ ਕੋਈ ਵੀ ਹਾਲਾਤ ਬਦਲ ਜਾਂਦੇ ਨੇ ਜਾਂ ਲੋਕਾਂ ਦੇ ਵਿੱਚ ਕੋਈ ਵੇਵ ਜਦੋਂ ਹੋ ਜਾਂਦੀ ਹੈਗੀ ਤਾਂ ਫਿਰ ਉਹਦੇ ਵਿੱਚ ਤੁਸੀਂ ਕਿਸੇ ਨੂੰ ਵੀ ਨਹੀਂ ਪੈਰ ਲਵਾ ਸਕਦੇ ਕਿਸੇ ਹੋਰ ਦੇ। ਤੇ ਚੰਨੀ ਸਾਹਿਬ ਤਾਂ ਖੁਦ ਵੀ ਪੈਰ ਲਾਉਣ ਦੇ ਵਿੱਚ, ਕਿਉਂਕਿ ਇਸ ਏਰੀਏ ਦੇ ਨਾ ਉਹਨਾਂ ਦੀ ਬੋਲੀ ਇਸ ਏਰੀਏ ਵਾਲੀ ਤੇ ਨਾ ਹੀ ਇਸ ਏਰੀਏ ਦੇ ਵਿੱਚ ਉਹਨਾਂ ਨੇ ਕੋਈ ਸਪੈਸ਼ਲ ਤੌਰ ਤੇ ਕੰਮ ਕੀਤਾ ਸੀਗਾ ਤੇ ਉਹਨਾਂ ਦੇ ਪੈਰ ਲੱਗਣੇ ਸੰਭਵ ਹੀ ਨਹੀਂ ਸੀਗੇ। ਤੇ ਲਾਭ ਸਿੰਘ ਉਗੋਕੇ ਉਹਨਾਂ ਦੇ ਮੁਕਾਬਲੇ ਦੇ ਉੱਤੇ ਇੱਕ ਨਰਮ ਸਾਊ ਇਨਸਾਨ ਉਹਨਾਂ ਦੀ ਜਿਹੜੀ ਇੱਥੇ ਉਹਨਾਂ ਦੀ ਇਮੇਜ ਪਰਸੈਪਸ਼ਨ ਉਹਨਾਂ ਦੀ ਬਣੀ। ਪਰ ਉਸ ਤੋਂ ਬਾਅਦ
ਹੁਣ ਉਹਨਾਂ ਦੇ ਕੰਮ ਦੇ ਆਧਾਰ ਦੇ ਉੱਤੇ ਉਹਨਾਂ ਦੀ ਪਰਸੈਪਸ਼ਨ ਬਣਨੀ ਹੈਗੀ। ਹੁਣ ਕੱਲੀ ਪਰਸੈਪਸ਼ਨ ਉਹਨਾਂ ਦੀ ਨਹੀਂ, ਸਮੁੱਚੀ ਸਰਕਾਰ ਵੀ ਜੋ ਕੰਮ ਕਰੂਗੀ ਉਹਦੇ ਅਨੁਸਾਰ ਉਹਨਾਂ ਦੀ ਪਰਸੈਪਸ਼ਨ ਬਣਨੀ ਹੈਗੀ। ਇਹ ਹੁਣ ਸਮਾਂ ਦੱਸੂਗਾ ਕਿ ਸਰਕਾਰ ਮਤਲਬ ਕਿੱਥੇ ਤੱਕ ਆਪਣੀ ਪਰਸੈਪਸ਼ਨ ਨੂੰ ਚੰਗਾ ਕਰ ਪਾਉਂਦੀ ਹੈ ਜਾਂ ਥੱਲੇ ਵੱਲ ਲੈ ਕੇ ਜਾਂਦੀ ਹੈਗੀ। ਤਾਂ ਉਹਨਾਂ ਦੇ ਹਿਸਾਬ ਦੇ ਨਾਲ ਇਹ ਪਰਸੈਪਸ਼ਨ ਬਣਨੀ ਹੈਗੀ। ਤੇ ਜਿਹੜਾ ਵਰਤਮਾਨ ਤੌਰ ਤੇ ਤੁਸੀਂ ਕਹਿੰਦੇ ਲੋਕਾਂ 'ਚ ਵਿਚਰਨ ਦੀ ਗੱਲ, ਇਹ ਅੱਜ ਕੱਲ੍ਹ ਦੇ ਰਾਜਨੀਤਿਕ 5 ਸਾਲ ਨਹੀਂ ਜਾਂਦੇ ਕਿਸੇ ਦੇ ਵਿੱਚ, ਕਿਸੇ ਵੀ ਪਾਰਟੀ ਦਾ, ਇਕੱਲੇ ਇਸ ਪਾਰਟੀ ਪਿੱਛੇ ਨਹੀਂ, ਇਸ ਪਾਰਟੀ ਦੇ ਤਾਂ ਕਿਉਂਕਿ ਨਵੇਂ ਬੰਦੇ ਨੇਗੇ, ਇਹਨਾਂ ਦਾ ਉਹਨਾਂ ਰਿਲੇਸ਼ਨ ਨਹੀਂ ਹੈਗਾ ਲੋਕਾਂ ਦੇ ਨਾਲ, ਇਹਨਾਂ ਦੇ ਬਿਲਕੁਲ ਨਵੇਂ ਕੇਡਰ ਦੇ ਨਾਲ ਰਿਲੇਸ਼ਨ ਹੈਗਾ। ਯੂਥ ਵੋਟ ਦੇ ਨਾਲ, ਯੂਥ ਵੋਟ ਵੱਡੀ ਗਿਣਤੀ ਦੇ ਵਿੱਚ ਹੈ, ਪਰ ਯੂਥ ਇਹਨਾਂ ਪਬਲਿਕ ਪਲੇਟਫਾਰਮਾਂ ਦੀ ਵਰਤੋਂ ਨਹੀਂ ਕਰਦਾ, ਜਿਸ ਤਰ੍ਹਾਂ ਆਮ ਭੋਗਾਂ ਦੇ ਸਮਾਗਮ ਨੇ ਜਾਂ ਹੋਰ ਇਹਨਾਂ ਚੀਜ਼ਾਂ ਦੇ ਵਿੱਚ ਇਹ ਨਹੀਂ। ਇਹਨਾਂ ਦੇ ਤਾਂ ਟੂਰਨਾਮੈਂਟ ਟਾਈਪ ਹੁੰਦੇ ਨੇ ਪ੍ਰੋਗਰਾਮ, ਉਹ ਵੀ ਅੱਜ ਕੱਲ੍ਹ ਬਹੁਤ ਘੱਟ ਹੋ ਰਹੇ ਨੇਗੇ। ਸੋ ਇਸ ਵਾਸਤੇ ਇਹਨਾਂ ਨੂੰ ਵਿਚਰਨ ਦਾ ਤਾਂ ਟਾਈਮ ਨਹੀਂ ਮਿਲ ਰਿਹਾ ਹੈਗਾ, ਔਰ ਇਹ ਨਾ ਹੀ ਉਸ ਤਰ੍ਹਾਂ ਦਾ ਇਹਨਾਂ ਨੂੰ ਹਲੇ ਉਸ ਤਰ੍ਹਾਂ ਦੀ ਜਾਂਚ ਆਉਂਦੀ ਹੈਗੀ ਕਿ ਇਹ ਉਹਨਾਂ ਛੋਟੇ ਛੋਟੇ ਪਲੇਟਫਾਰਮਾਂ ਦੀ ਵਰਤੋਂ ਕਰ ਸਕਣ। ਤੇ ਪਰ ਇਹ ਹੁਣ ਸਮੁੱਚੀ ਸਰਕਾਰ ਦੀ ਕਾਰਜਕਾਰੀ ਦੇ ਉੱਤੇ ਖੜਾ ਹੈਗਾ ਕਿ ਉਹ ਕੀ ਕਰਦੀ ਹੈਗੀ, ਉਹਦੇ ਅਨੁਸਾਰ ਇਹਨਾਂ ਦੇ ਸਥਾਨਕ ਉਮੀਦਵਾਰਾਂ ਦੀ ਪਰਸੈਪਸ਼ਨ ਬਣਨੀ ਹੈ। ਇੱਕ ਬਈ ਹੋਰ ਵੀ ਹੈ ਸਰ, ਕੀ ਬਦਲਾਵ ਦਾ ਬਹੁਤ ਰੌਲਾ ਪਿਆ ਸੀ, ਤੁਹਾਨੂੰ ਕੀ ਲੱਗਦਾ ਕਿਹੜਾ ਖਾਸ ਬਦਲਾਅ ਆਇਆ ਇਸ ਸਰਕਾਰ 'ਚ? ਬਦਲਾਵ ਕਦੇ ਆ ਹੀ ਨਹੀਂ ਸਕਦਾ, ਇਹ ਐਵੇਂ ਵਾਅਦੇ ਹੁੰਦੇ ਨੇਗੇ, ਪਰ ਬਦਲਾਵ ਦੇ ਵਿੱਚ ਕੀ ਹੈ, ਜਿਹੜੀਆਂ ਕੋਈ ਸਰਕਾਰਾਂ, ਜਿਹੜੇ ਵੀ ਕੋਈ ਰਾਜਨੀਤਿਕ ਬਣਦੇ ਨੇ, ਉਹ ਇੱਕ ਲਿਮਟਿਡ ਆਜ਼ਾਦੀ ਲੋਕਾਂ ਨੂੰ ਦੇਣੀ ਚਾਹੀਦੀ ਹੁੰਦੀ ਹੈ। ਜੇ ਕਿਸੇ ਨੇ ਬਦਲਾਵ, ਉਹ ਨਿੱਜੀ ਤੌਰ ਦੇ ਉੱਤੇ ਇਮਾਨਦਾਰ ਪ੍ਰਸ਼ਾਸਨ ਦੇਣ, ਅਫਸਰਸ਼ਾਹੀ ਨੂੰ ਉਹ ਕੰਮ ਕਰਨ ਦੇ ਮਤਲਬ ਉਹਨਾਂ ਦੇ ਉੱਤੇ ਇੱਕ ਦਬਾਅ ਹੋਵੇ ਅਫਸਰਸ਼ਾਹੀ ਦਾ ਕਿ ਉਹ ਲੋਕਾਂ ਦੇ ਕੰਮ ਕਰੇ, ਲੋਕਾਂ ਦੇ ਨਿੱਜੀ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੇ। ਕੋਈ ਚੈਨਲ ਚਲਾਉਂਦਾ ਉਹਦੇ ਉੱਤੇ ਦਖਲ ਅੰਦਾਜ਼ੀ ਨਾ ਹੋਵੇ, ਕੋਈ ਦੁਕਾਨ ਚਲਾਉਂਦਾ ਉਹਦੇ ਉੱਤੇ ਦਖਲ ਅੰਦਾਜ਼ੀ ਨਾ ਹੋਵੇ, ਕੋਈ ਕਾਰ ਜੀਪ ਦਾ ਕਾਰੋਬਾਰ ਟੈਕਸੀ ਡਰਾਈਵਿੰਗ ਕਰਦਾ ਉਹਦੇ ਉੱਤੇ ਦਖਲ ਅੰਦਾਜ਼ੀ ਨਾ ਹੋਵੇ। ਜੇ ਕੋਈ ਰਾਜਨੀਤਿਕ ਇੰਨੀ ਕੁ ਆਜ਼ਾਦੀ ਲੋਕਾਂ ਨੂੰ ਦੇ ਜਾਂਦਾ ਔਰ ਲੋਕ ਉਹਦੇ ਉੱਤੇ ਹੀ ਖੁਸ਼ ਹੋ ਜਾਂਦੇ ਨੇ ਕਿ ਹਾਂ ਸਾਨੂੰ ਕੰਮ ਕਰਨ ਦੀ ਖੁਸ਼ ਹੈ, ਪਰ ਜਦੋਂ ਲੋਕਾਂ ਨੂੰ ਕੰਮ ਕਰਨ ਦੀ ਵੀ ਆਜ਼ਾਦੀ ਨਹੀਂ ਦਿੱਤੀ ਜਾਂਦੀ, ਉਹਦੇ ਉੱਤੇ ਵੀ ਮਤਲਬ ਪ੍ਰਸ਼ਾਸਨ ਦੀ ਅਫਸਰਸ਼ਾਹੀ ਉਹਨਾਂ ਨੂੰ ਵਾਰ-ਵਾਰ ਤੰਗ ਕਰਦੀ ਹੈਗੀ, ਤਾਂ ਇਹ ਬੈਡ ਇੰਪ੍ਰੈਸ਼ਨ ਬਣਦਾ ਹੁੰਦਾ ਹੈਗਾ। ਸਰਕਾਰ ਨੂੰ ਸਿਰਫ ਤੇ ਸਿਰਫ ਲੋਕਾਂ ਨੂੰ ਆਜ਼ਾਦੀ ਦੇਣੀ ਚਾਹੀਦੀ ਹੈ, ਉਹਨਾਂ ਨੂੰ ਕਿਰਤ ਕਰਨ ਦੀ, ਜਿਹੜੀ ਵੀ ਉਹ ਕਿਰਤ ਕਰਦੇ ਨੇ ਬਿਨ ਮਤਲਬ ਉਹਨਾਂ ਦੀ ਦਖਲਅੰਦਾਜ਼ੀ ਨਾ ਹੋਵੇ। ਦੁਕਾਨਾਂ ਵਾਲੇ ਨੇ, ਕੋਈ ਹੋਟਲਾਂ ਵਾਲੇ ਨੇ, ਇਹਨਾਂ ਦੀਵਾਲੀ ਵੇਲੇ ਕਿਉਂ ਨਿਕਲਦੇ ਨੇਗੇ, ਉਹ ਕਿ ਦੀਵਾਲੀ ਵੇਲੇ ਉਹ ਮਠਿਆਈ ਤਿਆਰ ਕਰਦੇ ਨੇਗੇ, ਇਸ ਬਲੈਕਮੇਲਿੰਗ ਦਾ ਧੰਦਾ ਹੁੰਦਾ ਅਫਸਰਸ਼ਾਹੀ ਦਾ। ਇਸੇ ਤਰ੍ਹਾਂ ਮਤਲਬ ਟੈਕਸੀ ਡਰਾਈਵਿੰਗ ਦੇ ਵਿੱਚ ਜਿਹੜੇ ਕੋਈ ਕੰਮ ਕਰਦੇ ਨੇਗੇ, ਕਿਉਂ ਇਹਨਾਂ ਦੀ ਵੀ ਦਖਲਅੰਦਾਜ਼ੀ ਕੀਤੀ, ਲੋਕਾਂ ਨੂੰ ਕੰਮ ਕਰਨ ਦਿੱਤਾ ਜਾਵੇ। ਕੋਈ ਖੇਤਾਂ ਦੇ ਵਿੱਚ ਰੇਤਾ ਚੱਕਦਾ, ਕਿਉਂ ਦਖਲਅੰਦਾਜ਼ੀ ਕਰਨ ਦਿੱਤੀ ਜਾਵੇ। ਇਹ ਜਿਹੇ ਛੋਟੇ ਛੋਟੇ ਮਸਲਿਆਂ ਦੇ ਵਿੱਚ ਸਰਕਾਰ ਲੋਕਾਂ ਦੇ ਆਮ ਕੰਮਾਂ ਦੇ ਵਿੱਚ ਉਹਨਾਂ ਨੂੰ ਆਜ਼ਾਦੀ ਦੇ ਦੇਵੇ, ਇਹੀ ਬਹੁਤ ਵੱਡੀ ਲੋਕ ਉਹਨਾਂ ਦੀ ਪ੍ਰਾਪਤੀ ਹੁੰਦੀ ਹੈਗੀ। ਲੋਕ ਕੋਈ ਵੱਡੇ ਇਨਕਲਾਬ ਨਹੀਂ ਭਾਲਦੇ ਹੁੰਦੇ ਹਨਗੇ। ਤੇ ਜਿਸ ਤਰ੍ਹਾਂ ਕੋਈ ਮਾਨਸਾ ਵਾਲਾ ਕੇਸ ਹੋਇਆ, ਇਹਦੇ ਵਿੱਚ ਵੀ ਇਸੇ ਤਰ੍ਹਾਂ ਦੇ ਕੇਸ ਵਿੱਚ ਸਰਕਾਰ ਨੇ ਨਹੀਂ ਸਹੀ ਢੰਗ ਨਾਲ ਹੈਂਡਲ ਕੀਤਾ। ਬਿਲਕੁਲ। ਤੇ ਇਹਨਾਂ ਚੀਜ਼ਾਂ ਦੇ ਉੱਤੇ ਇੱਕ ਲੋਕ ਰਾਏ ਉਸਰਨੀ ਹੁੰਦੀ ਹੈਗੀ। ਹੁਣ ਇਹਨਾਂ ਦੇ ਉੱਤੇ ਲੋਕ ਰਾਏ ਇਹਨਾਂ ਨੇ ਉਸਾਰਨੀ ਹੈਗੀ ਕਿ ਇਹ ਉਸਾਰ ਪਾਉਣਗੇ ਜਾਂ ਨਾ ਪਾਉਣਗੇ, ਉਹਦੇ ਅਨੁਸਾਰ ਇਹਨਾਂ ਦੀ ਇੱਕ ਇਹ ਵੀ ਹੈ ਚਰਚਾ, ਸੱਥਾਂ ਦੀ ਚਰਚਾ ਤੇ ਇਹ ਵੀ ਹੈ, ਕਹਿੰਦੇ ਸਾਰੇ ਪਾਸਿਆਂ ਤੋਂ ਠੀਕ ਆ, ਪੰਜਾਬ ਸਭ ਕੁਝ ਸਹਿ ਜੂਗਾ, ਪਰ ਜਿਹੜਾ ਨਸ਼ਾ ਪੰਜਾਬ ਦੇ ਅੰਦਰ, ਜਿਹੜਾ ਨੌਜਵਾਨ ਜਿਹੜੇ ਲਗਾਤਾਰ ਲਾਸਾਂ ਬਣ ਰਹੇ ਨੇ, ਉਹ ਵੀ ਚਰਚਾ ਕਿਤੇ ਨਾ ਕਿਤੇ ਸਰਕਾਰ ਦੇ ਉਲਟ ਜਾ ਰਹੀ ਆ ਵੀ ਨਸ਼ਾ ਹਲੇ ਵੀ ਨਹੀਂ ਬੰਦ ਹੋਇਆ, 1.5 ਸਾਲ ਦਾ ਸਮਾਂ ਹੋ ਗਿਆ। ਨਸ਼ੇ ਦੇ ਉੱਤੇ ਦਾਅਵੇ ਕਰਨੇ ਹੀ ਗਲਤ ਹੁੰਦੇ ਨੇ। ਜਦੋਂ ਕੋਈ ਸਰਕਾਰ ਨਸ਼ੇ ਦੇ ਉੱਤੇ ਇਹ ਦਾਅਵੇ ਕਰਦੀ ਹੈਗੀ ਕਿ ਅਸੀਂ ਇਉਂ ਕਰ ਦਿਆਂਗੇ, ਚਾਹੇ ਪਹਿਲਾਂ ਕੈਪਟਨ ਨੇ ਕੀਤੇ ਸੀਗੇ, ਅਕਾਲੀ ਵੀ ਕਰਦੇ ਰਹੇ ਨੇਗੇ, ਹੁਣ ਭਗਵੰਤ ਮਾਨ ਦੇ ਜਾਂ ਕੇਜਰੀਵਾਲ ਸਾਹਿਬ ਨੇ ਵੀ ਕੀਤਾ। ਇਹ ਨਸ਼ਾ ਇੱਕ ਇੰਟਰਨੈਸ਼ਨਲ ਕਾਰੋਬਾਰ ਹੈਗਾ, ਔਰ ਇਹ ਦੇਸ਼ ਦੇ ਵਿੱਚ ਵੀ ਇਹ ਬੜੇ ਵੱਡੇ ਪੱਧਰ ਦੇ ਉੱਤੇ ਜਾਣੀ ਕਿ ਵੀ ਕਿਸੇ ਨਾ ਕਿਤੇ ਕੋਈ ਹੋਰ ਜਿਨ੍ਹਾਂ ਬਾਰੇ ਨਹੀਂ ਬੋਲਿਆ ਜਾਣਾ ਚਾਹੀਦਾ, ਇਹ ਉਹਨਾਂ ਲੋਕਾਂ ਦੇ ਹੱਥ ਦੇ ਵਿੱਚ ਕਾਰੋਬਾਰ ਸਰਕਾਰਾਂ ਤੋਂ ਵੱਡੇ ਹੁੰਦੇ ਨੇਗੇ। ਹੁਣ ਪਿੱਛੇ ਜੇ ਉਹ ਕੋਰਟ ਦੇ ਉੱਤੇ ਫੜਿਆ ਗਿਆ ਸੀਗਾ, ਉਹ ਕਿੰਨੇ ਦਾ ਸੀਗਾ, ਮਤਲਬ 25,000 ਕਰੋੜ ਦਾ ਸ਼ਾਇਦ ਕਹਿੰਦੇ ਨੇ, ਹਾਲਾਂਕਿ ਉਹ ਇਸ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਸੀਗਾ, ਇਸ ਤੋਂ ਵੀ ਜ਼ਿਆਦਾ ਮਾਤਰਾ ਦੇ ਵਿੱਚ ਸੀਗਾ। ਪਰ ਉਹਨਾਂ ਦੇ ਉੱਤੇ ਜਾਣੀ ਕੋਈ ਪੰਜਾਬ ਦਾ ਬਜਟ 1 ਲੱਖ ਕਰੋੜ ਦਾ, ਔਰ ਉਸ ਕਿਸੇ ਇੱਕ ਨਸ਼ੇਬਾਜ਼ ਦਾ, ਕਿਸੇ ਇੱਕ ਨਸ਼ੇਬਾਜ਼ 25,000 ਕਰੋੜ ਦੀ ਇੱਕ ਅਸਾਈਨਮੈਂਟ ਮੰਗਾ ਰਿਹਾ ਬੰਦਾ, ਉਸ ਬੰਦੇ ਨੂੰ ਕਿਵੇਂ ਸਰਕਾਰਾਂ ਹਿਲਾ ਲੈਣਗੀਆਂ, ਔਰ ਉਸ ਬੰਦੇ ਦੇ ਕਿੱਡੇ ਵੱਡੇ ਲਿੰਕ ਹੋਣਗੇ। ਸਰਕਾਰਾਂ ਨੂੰ ਇਹਨਾਂ ਚੀਜ਼ਾਂ ਦੇ ਦਾਅਵੇ ਨਹੀਂ ਕਰਨੇ ਚਾਹੀਦੇ। ਹਾਂ, ਲੋਕ ਪੱਖੀ ਉਹਨਾਂ ਨੂੰ ਫੈਸਲੇ ਜ਼ਰੂਰ ਲੈਣੇ ਚਾਹੀਦੇ ਨੇ, ਜਿੱਥੇ ਵੀ ਲੋਕ ਸਹਿਯੋਗ ਕਰਦੇ ਨੇ, ਔਰ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਾਉਣ ਵਾਸਤੇ ਅਵੇਅਰਨੈਸ, ਔਰ ਜਿੱਥੇ ਵੀ ਕਿਤੇ ਕੋਈ ਲੋਕ ਐਕਸ਼ਨ ਲੈਂਦੇ ਨੇ ਉਹਦੀ ਬੱਲੇ ਬੱਲੇ ਉਹਦੀ ਸ਼ਾਬਾਸ਼ੇ ਦੇ ਕੇ, ਬਜਾਏ ਉਹਨਾਂ ਨੂੰ ਤੰਗ ਕਰਨ ਦੇ, ਸਰਕਾਰ ਉੱਥੇ ਉਹਨਾਂ ਦੀ ਹਮਾਇਤ ਕਰੇ ਔਰ ਉਹਨਾਂ ਲੋਕਾਂ ਨੂੰ ਵਰਤੇ, ਔਰ ਆਪਣੇ ਪੰਜਾਬ ਸਟੇਟ ਨੂੰ, ਸਾਡੇ ਲੋਕਾਂ ਨੂੰ ਰਲ ਕੇ ਇਸ ਨਸ਼ੇ ਤੋਂ ਬਚਾਉਣਾ ਚਾਹੀਦਾ। ਉਹਦੇ ਵਿੱਚ ਸਹਿਯੋਗ ਕਰੇ ਸਰਕਾਰ, ਜਿੱਥੇ ਉਹ ਕਾਰਵਾਈ ਕਰ ਸਕਦੀ ਹੈ ਕਰੇ, ਪਰ ਜਿਹੜੀ ਕਿ ਵੀ ਜੇ ਵੱਡੇ ਪੱਧਰ ਦੇ ਉੱਤੇ ਵੀ, ਕਿਉਂਕਿ ਲੋਕਾਂ ਦਾ ਖਾਸਾ ਰਿਹਾ ਹੈਗਾ, ਲੋਕ ਨਸ਼ੇ ਵਰਤਦੇ ਨੇ। ਹਾਂ, ਉਹ ਨਸ਼ੇ ਦੇ ਬਦਲ ਹੁੰਦੇ ਨੇਗੇ, ਸਾਡੇ ਜਿਹੜੇ ਪ੍ਰੋਪਰ ਨਸ਼ੇ ਨੇਗੇ, ਆਪਣੇ ਜਿਹੜੇ ਸਾਡੇ ਪੁਰਾਣੇ ਚੱਲਦੇ ਆਉਂਦੇ ਨੇਗੇ ਨਸ਼ੇ, ਉਹ ਹਲੇ ਥੋੜ੍ਹੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਕਿ ਜੇ ਰਾਜਸਥਾਨ ਦੇ ਵਿੱਚ ਜਾਂ ਕਿਸੇ ਹੋਰ ਸਟੇਟਾਂ ਦੇ ਵਿੱਚ ਆਮ ਨਸ਼ੇ ਉਹ ਵਿਕਦੇ ਨੇਗੇ, ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਉਹ ਦਿੱਤਾ। ਇਹ ਜਿਹੜਾ ਚਿੱਟਾ ਵਗੈਰਾ ਆਉਣਾ ਹੈਗਾ, ਇਹ ਸਿੰਥੈਟਿਕ ਨਸ਼ੇ ਲਿਆਂਦੇ ਜਾਂਦੇ ਵੱਡੇ ਕਾਰਪੋਰੇਟਾਂ ਦੁਆਰਾ, ਜਿਨ੍ਹਾਂ ਦੇ ਇਹ ਵੱਡੇ ਵੱਡੇ ਸਾਡੇ ਕੋਈ ਹੈਗੇ ਦਵਾਈਆਂ ਵਾਲੀ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਗੀਆਂ, ਇਹ ਉਹਨਾਂ ਦੇ ਵਿੱਚ ਤਿਆਰ ਹੋ ਰਹੇ ਨੇਗੇ। ਉਹਨਾਂ ਨੇ ਉਹਨਾਂ ਨਸ਼ਿਆਂ ਨੂੰ ਹੀ ਇੱਕ ਮੋਡੀਫਾਈ ਕਰਕੇ ਕੈਪਸੂਲਾਂ ਵਿੱਚ ਪਾ ਕੇ ਬੰਦ, ਔਰ ਉਹਨਾਂ ਦੀ ਇਜਾਜ਼ਤ ਲਈ ਬੈਠੇ ਨੇ ਉਹ ਸਰਕਾਰਾਂ ਦੇ ਵਿੱਚ, ਔਰ ਸਾਡੇ ਜਿਉਂ ਹੀ ਲੋਕਾਂ ਨੂੰ ਕਿਸੇ ਨੂੰ ਪਤਾ ਲੱਗਦਾ ਇਸ ਦੇ ਵਿੱਚ ਉਹ ਨਸ਼ਾ ਹੈਗਾ ਤਾਂ ਉਹ ਵਰਤਣਾ ਸ਼ੁਰੂ ਕਰ ਦਿੰਦੇ ਨੇਗੇ। ਤੇ ਸੋ ਇਹ ਸਰਕਾਰਾਂ ਨੂੰ ਇਸ ਤਰ੍ਹਾਂ ਇੱਕ ਲੋਕ ਪੱਖੀ ਨੀਤੀ ਅਪਣਾਉਣੀ ਚਾਹੀਦੀ ਹੈਗੀ,
ਔਰ ਉਹਦੇ ਵਿੱਚ ਵੀ ਉਹਨਾਂ ਦੀ ਘੱਟ ਵਰਤੋਂ ਕਰਨ ਤਾਂ ਉਹਦੇ ਵਾਸਤੇ ਦੂਸਰੇ ਨਸ਼ਿਆਂ ਨੂੰ ਥੋੜ੍ਹੀ ਬਹੁਤੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ ਤੇ ਜੋ ਅੱਗੇ ਚੱਲਦਾ ਆਇਆ। ਇੱਕ ਅਖੀਰ ਤੇ ਇਹ ਆ, ਹੁਣ ਮਹਿੰਦਰ ਸਿੰਘ ਦਾ ਮੁੰਡਾ ਨਜ਼ਰ ਆਉਂਦਾ ਭਗਵੰਤ ਮਾਨ ਚੋਂ ਤੁਹਾਨੂੰ ਉਸ ਤਰ੍ਹਾਂ ਦਾ, ਜਿਵੇਂ ਤੁਸੀਂ ਪਹਿਲਾਂ ਤੁਹਾਡੇ ਪਿੰਡਾਂ 'ਚ ਆਉਂਦੇ ਰਹੇ, ਖਾਸ ਤੌਰ ਤੇ ਅਖੀਰ ਤੇ ਇਹੀ ਹੈ ਕਿ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ ਜਦੋਂ ਪਿੰਡਾਂ 'ਚ ਅੱਜ ਤੁਸੀਂ ਉਹਨਾਂ ਨੂੰ ਦੇਖਦੇ ਹੋ, ਕਿਉਂਕਿ ਪਹਿਲਾਂ ਆਮ ਤੌਰ ਤੇ ਤੁਹਾਡੇ ਪਿੰਡਾਂ 'ਚ ਵਿਚਰਦੇ ਰਹੇ? ਉਸ ਵਿਅਕਤੀ ਦਾ ਜਿਹੜਾ ਨਿੱਜ ਹੈਗਾ ਉਹ ਹਾਲੇ ਵੀ ਉਸ ਦੇ ਵਿੱਚ ਕਿਤੇ ਨਾ ਕਿਤੇ ਉਹਦੀ ਜੋ ਬੋਲੀ ਦੇ ਵਿੱਚੋਂ ਝਲਕਦਾ ਜਾਂ ਜਿਸ ਤਰ੍ਹਾਂ ਦੇ ਉਹ ਕੰਮਾਂ ਦੇ ਵਿੱਚੋਂ ਝਲਕਦਾ ਉਹਦੇ ਵਿੱਚ ਹਾਲੇ ਵੀ ਹੈ ਵੀ ਮੈਂ ਇਹ ਕਰ ਪਾਵਾਂ। ਪਰ ਹੁਣ ਸਿਸਟਮ ਕਿਸ ਤਰ੍ਹਾਂ ਕੰਟਰੋਲ ਕਰ ਲੈਂਦਾ ਹੈਗਾ। ਜਿਹੜਾ ਭਗਵੰਤ ਮਾਨ ਨੂੰ ਸਿਕਿਉਰਿਟੀ ਨਹੀਂ ਲੈਣੀ ਚਾਹੁੰਦਾ ਸੀਗਾ, ਬਿਨਾਂ ਸਿਕਿਉਰਿਟੀ ਤੋਂ ਤੁਰਦਾ ਸੀਗਾ, ਪਰ ਉਹਦੇ ਬਿਨਾਂ ਕਹੇ ਤੋਂ ਸਿਕਿਉਰਿਟੀ ਨੂੰ ਉਹਨੂੰ ਘੇਰਾ ਪਾ ਲਿਆ ਹੈਗਾ ਸਰਕਾਰਾਂ। ਨਹੀਂ, ਜੋ ਸਾਡਾ ਸਿਸਟਮ ਹੁੰਦਾ ਨਾ, ਜੋ ਉੱਪਰਲਾ ਸਿਸਟਮ ਹੁੰਦਾ ਹੈਗਾ, ਉਹ ਹਰ ਮਤਲਬ ਰਾਜਨੀਤਿਕ ਆਗੂ ਦੇ ਦੁਆਲੇ ਇੱਕ ਘੇਰਾ ਰੱਖਦਾ ਹੈਗਾ ਔਰ ਉਹ ਤੋਂ ਕਹਿ ਕੇ ਵੀ ਮਤਲਬ ਕਹਿਣ ਦੇ ਬਾਵਜੂਦ ਵੀ ਉਹ ਟੁੱਟਦਾ ਨਹੀਂ ਹੈਗਾ, ਨਹੀਂ ਟੁੱਟਦਾ ਹੁੰਦਾ ਹੈਗਾ। ਤੇ ਉਹਦੇ ਨਾਲ ਉਹਦਾ ਇੰਪ੍ਰੈਸ਼ਨ ਕੀ ਬਣਦਾ ਹੈਗਾ। ਹਾਲਾਂਕਿ ਨਹੀਂ ਲਿਆ ਹੋਣਾ ਭਗਵੰਤ ਮਾਨ ਨੇ, ਨਹੀਂ ਇੰਨੀ ਸਿਕਿਉਰਿਟੀ ਦੀ ਜ਼ਰੂਰਤ, ਬਹੁਤ ਥੋੜੀ ਸਿਕਿਉਰਿਟੀ ਨਾਲ ਵੀ ਮਤਲਬ ਸਿਕਿਉਰ ਕੀਤਾ ਜਾ ਸਕਦਾ ਬੰਦੇ ਨੂੰ, ਪਰ ਇਹ ਸਿਸਟਮ ਹੈਗਾ, ਸਿਸਟਮ ਕਿਸੇ ਨੂੰ ਬੱਸ ਵਿੱਚ ਲੈਣ ਦਾ, ਇਸੇ ਤਰ੍ਹਾਂ ਉਹਨੂੰ ਲੋਕਾਂ ਦੇ ਵਿੱਚ ਵਿਚਰਨ ਤੋਂ ਰੋਕ ਦਿੰਦਾ। ਜਿਸ ਵੀ ਬੰਦੇ ਦੇ ਨਾਲ Z+ ਸਿਕਿਉਰਿਟੀ ਲੱਗ ਜੇ, Y+ ਸਿਕਿਉਰਿਟੀ ਲੱਗ ਜੇ, ਉਹ ਲੋਕਾਂ ਤੋਂ ਦੂਰ ਹੋ ਜਾਂਦਾ ਹੈਗਾ। ਤੇ ਉਹ ਲੋਕਾਂ ਨੂੰ ਉਹਨਾਂ ਉਸ ਸਿਕਿਉਰਿਟੀ ਦੇ ਇੰਚਾਰਜ ਨੂੰ ਇਜਾਜ਼ਤ ਹੁੰਦੀ ਹੈ ਵੀ ਕਿਸੇ ਨੂੰ ਵੀ ਨਾ ਲੱਗਣ ਦੇਵੇ ਨੇੜੇ, ਔਰ ਉਹ ਬੰਦਾ ਆਪਣੇ ਇੱਕ ਸਰਕਲ ਤੋਂ ਟੁੱਟ ਜਾਂਦਾ ਹੈਗਾ ਔਰ ਉਹ ਸਰਕਲ ਦਾ ਹੌਲੀ ਹੌਲੀ ਇਫੈਕਟ ਪੈਂਦਾ ਹੁੰਦਾ ਹੈਗਾ ਜਿਹੜਾ ਸਮੇਂ ਦੇ ਨਾਲ। ਔਰ ਉਹ ਹਾਲਾਂਕਿ ਉਸ ਆਗੂ ਦੀ ਮੰਗ ਵੀ ਨਹੀਂ ਹੁੰਦੀ ਹੈਗੀ, ਉਹ ਆਗੂ ਦੀ ਜ਼ਰੂਰੀ ਨਹੀਂ ਉਹਦੀ ਮੰਗ ਹੋਵੇ, ਬਹੁਤ ਸਾਰੇ ਲੋਕਾਂ ਨੂੰ ਦੇਖਦੇ ਪਰ ਫਿਰ ਵੀ ਦੇ ਦਿੱਤੀ ਜਾਂਦੀ ਹੈ ਸਿਕਿਉਰਿਟੀ। ਸੋ ਇਸੇ ਤਰ੍ਹਾਂ ਇਹ ਸਿਸਟਮ ਹੁੰਦਾ ਹੈਗਾ, ਇਹ ਸਿਸਟਮ ਨੂੰ ਨਹੀਂ ਤੋੜ ਸਕਦੇ। ਉਹਨੂੰ ਕਹਿ ਦਿੱਤਾ ਜਾਂਦਾ ਤੂੰ ਕੌਣ ਹੁੰਦਾ, ਹੁਣ ਤੂੰ ਦੇਸ਼ ਦਾ ਨਹੀਂ ਗਾ, ਜਾਂ ਤੂੰ ਮਤਲਬ ਆਪਣੇ ਪਰਿਵਾਰ ਦਾ ਨਹੀਂ, ਤੂੰ ਸਟੇਟ ਦਾ ਮੁਖੀ ਹੈਗਾ, ਅਸੀਂ ਸਟੇਟ ਦੇ ਮੁਖੀ ਨੂੰ ਦੇ ਰਹੇ, ਤੈਨੂੰ ਨਹੀਂ ਸਿਕਿਉਰਿਟੀ ਦੇ ਰਹੇ। ਤੇ ਔਰ ਜਿਸ ਦਿਨ ਕੋਈ ਮੁੱਖ ਮੰਤਰੀ ਜਾਂ ਕਿਸੇ ਮਿਨਿਸਟਰੀ ਤੋਂ ਜਾਂਦਾ ਉਹ ਨਾਲ ਸਿਕਿਉਰਿਟੀਆਂ ਘੱਟ ਜਾਂਦੀਆਂ ਉਹਦੀਆਂ, ਕੋਈ ਉਹਨੂੰ ਖਤਰਾ ਨਹੀਂ ਵੀ ਇਹ ਸਿਸਟਮ ਹੈਗਾ, ਇਹ ਸਿਸਟਮ ਨੂੰ ਨਹੀਂ ਤੋੜ ਸਕਦੇ ਹੋਣਗੇ। ਤੇ ਪਰ ਜਿਹੜਾ ਇੱਕ ਤੁਹਾਡਾ ਲੋਕ ਪੱਖੀ ਜਿਹੜੀ ਤੁਹਾਡੀ ਸੋਚ ਹੈ ਨਾ, ਉਹ ਇਹਨਾਂ ਦੇ ਵਿੱਚੋਂ ਦੀ ਲੰਘ ਕੇ ਵੀ ਤੁਸੀਂ ਲੋਕਾਂ ਤੱਕ ਪਹੁੰਚਣ ਦੀ ਤਾਕਤ ਰੱਖਦੇ ਹੋ। ਉਸ ਇਸ ਤਰ੍ਹਾਂ ਦਾ ਕੇਡਰ ਜਿਹੜਾ ਤੁਹਾਨੂੰ ਸਹੀ ਰਾਏ ਦੇਵੇ ਉਹਨੂੰ ਆਪਣੇ ਦਫ਼ਤਰਾਂ ਦੇ ਵਿੱਚ ਦਾਖਲ ਕਰ ਸਕਦੇ ਹੋ, ਉਹ ਕਰ ਸਕਦੇ ਹੋਗੇ। ਔਰ ਉੱਥੇ ਨੀਤੀਗਤ ਤੁਹਾਨੂੰ ਫੈਸਲੇ ਲੈਣ ਦੀ ਉੱਥੇ ਇਜਾਜ਼ਤ ਹੁੰਦੀ ਹੈ, ਉਹ ਲੈ ਸਕਦੇ ਹੋਗੇ ਜਿੰਨੀ ਤੁਹਾਨੂੰ ਸਿਸਟਮ ਇਜਾਜ਼ਤ ਦਿੰਦਾ ਹੈਗਾ। ਤਾਂ ਫਿਰ ਤੁਸੀਂ ਸਫਲ ਹੋ ਸਕਦੇ। ਹੁੰਦੇ ਆਏ ਨੇ, ਬਥੇਰੇ ਹੁੰਦੇ ਆਏ ਨੇ ਸਫਲ, ਕਿੰਨੇ ਹੀ ਮੁੱਖ ਮੰਤਰੀਆਂ ਦੇ ਨਾਮ ਲੈਤੇ ਜਾ ਸਕਦੇ ਨੇਗੇ। ਮਮਤਾ ਬੈਨਰਜੀ ਹੈਗੀ, ਬਹੁਤ ਘੱਟ ਸਿਕਿਉਰਿਟੀ ਦੇ ਵਿੱਚ ਜਾਂ ਬਹੁਤ ਘੱਟ ਫਿਰ ਵੀ ਲੋਕਾਂ ਨਾਲ ਜੁੜੀ ਹੋਈ ਹੈਗੀ। ਆਪਣੇ ਇੱਕ ਗੋਆ ਦੇ ਵਿੱਚ ਸੀਗੇ, ਬਹੁਤ ਲੰਬਾ ਸਮਾਂ ਰਾਜ ਕੀਤਾ ਉਹਨਾਂ ਨੇ, ਤੇ ਜੋਤੀ ਬਸੂ ਨੇ ਬਹੁਤ ਲੰਬਾ ਸਮਾਂ ਰਾਜ ਕੀਤਾ। ਇਹ ਹੋਰ ਮੁੱਖ ਮੰਤਰੀ ਵੀ ਕਈ ਇਸ ਤਰ੍ਹਾਂ ਦੇ। ਇਹ ਉਸਦੀ ਕਪੈਸਿਟੀ ਦੇ ਉੱਤੇ ਨਿਰਭਰ ਕਰਦਾ ਹੁੰਦਾ ਹੈ ਕਿ ਇਹ ਇਹਨਾਂ ਹਾਲਾਤ ਵਿੱਚ ਨਿਕਲ ਪਾਉਂਦਾ ਜਾਂ ਨਹੀਂ ਪਾਉਂਦਾ। ਜੀ ਬਾਈ, ਗੱਲਾਂ ਬਾਤਾਂ ਹੋਈਆਂ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡੀ ਵੀ ਸੋਸ਼ਲ ਮੀਡੀਆ ਦੀ ਟੀਮ ਦਾ, ਤੇ ਤੁਸੀਂ ਮੈਨੂੰ ਬੋਲਣ ਦਾ ਵਕਤ ਦਿੱਤਾ ਇਹਦੇ ਉੱਤੇ। ਔਰ ਤੁਹਾਡਾ ਚੈਨਲ ਤਰੱਕੀਆਂ ਕਰੇ, ਮੇਰੇ ਵੱਲੋਂ ਦੁਆ ਹੈ ਜੀ। ਖਾਸ ਤੌਰ ਤੇ ਪਿੰਡਾਂ ਦੀ ਜਿਹੜੀ ਸੱਥਾਂ ਦੀ ਚਰਚਾ ਉਹ ਉਸ ਸਮੇਂ ਤੇ ਨਿਕਲ ਕੇ ਬਾਹਰ ਆਉਂਦੀ ਹੈ। ਬਾਈ ਹੁਣਿਆਂ ਦਾ ਕਹਿਣਾ ਵੀ ਜਦੋਂ ਐਨ ਵੋਟਾਂ ਨੇੜੇ ਹੁੰਦੀਆਂ ਤੇ ਫਿਰ ਉਹ ਚਰਚਾ ਕਿਹਨੂੰ ਮੁੱਖ ਮੰਤਰੀ ਬਣਾਉਂਦੀ ਹੈ ਤੇ ਕਿਹਦੀ ਗੱਦੀ ਖੋਹ ਲੈਂਦੀ ਹੈ, ਪਤਾ ਨਹੀਂ ਲੱਗਦਾ। ਇਹ ਵਕਤ ਦੱਸੇਗਾ। ਮਿਲਦੇ ਹਾਂ ਅੱਗੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ। ਦਿਓ ਆਗਿਆ। ਸਤਿ ਸ੍ਰੀ ਅਕਾਲ।